ਵਾਹਿਗੁਰੂ ਸਾਹਿਬ ਜੀਓ। ਇਸ ਪ੍ਰਕਾਰ ਗੁਰ ਕੋ ਫਲ ਜੈਸਾ ਜੈਸਾ ਫੈਲਾ, ਇਸ ਪ੍ਰਕਾਰ ਗੁਰ ਕੋ ਜਸ ਫੈਲਾ। ਸੁਨ ਸੁਨ ਆਏ ਦਰਸ ਹਿਤ ਗੈਲਾ, ਲੋਕ ਅਨੇਕ ਕਾਮਨਾ ਧਾਰੈ। ਸਭ ਪਾਵਤ ਜਬ ਰੂਪ ਨਿਹਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਦੇ ਆਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਡੇ ਵੱਡੇ ਭਾਗ ਨੇ ਜੋ ਰਾਤਰੀ ਦੇ ਦੀਵਾਨ ਚ ਗੁਰੂ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸੁਣਾਇਆ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਜਰੀ ਰਾਗ ਦੀ ਰਾਗਵਾਰ ਵਿੱਚੋਂ ਇਹ ਪਾਵਨ ਬਚਨ ਕਿ ਦਾਨਾ ਬੀਨਾ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਟੱਕਣ ਕੂ ਪਤ ਮੇਰੀ ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨ ਜਾਣਾ ਤੇਰੀ। ਉਹ ਪ੍ਰਮਾਤਮਾ ਅੰਤਰਜਾਮੀ ਹੈ, ਬੜਾ ਦਿਆਲੂ ਹੈ, ਸਾਡੇ ਤੇ ਬਖਸ਼ਿਸ਼ ਕਰਦਾ, ਪਰ ਆਪਾਂ ਉਹਦੀਆਂ ਰਹਿਮਤਾਂ, ਉਹਦੀਆਂ ਦਾਤਾਂ, ਉਹਦੀਆਂ ਬਖਸ਼ਾਂ ਦੀ ਕਦਰ ਨਹੀਂ ਜਾਣਦੇ। ਉਹ ਵਾਹਿਗੁਰੂ ਜੀ ਨੇ ਸਾਹਿਬ ਜੀ ਕਹਿੰਦੇ ਕਿ ਮੇਰੀ ਇੱਜ਼ਤ ਢੱਕਣ ਲਈ ਆਪਣੇ ਪਿਆਰ ਦਾ ਪਟੋਲਾ, ਪਟੋਲੇ ਦਾ ਅਰਥ ਹੁੰਦਾ ਹੈ ਰੇਸ਼ਮੀ ਕੱਪੜਾ, ਆਪਣੇ ਪਿਆਰ ਦਾ ਕੀਮਤੀ ਪਟੋਲਾ ਮੈਨੂੰ ਬਖਸ਼ਿਸ਼ ਕੀਤਾ ਹੈ। ਭਾਵ ਕਿ ਮੇਰੀ ਜੋ ਇੱਜ਼ਤ ਹੈ, ਮਾਣ ਹੈ, ਵਡਿਆਈ ਹੈ, ਸੁਖ ਹੈ, ਆਨੰਦ ਹੈ, ਵਾਹਿਗੁਰੂ ਜੀ ਦੇ ਪਿਆਰ ਵਿੱਚ। ਕੋਈ ਸੋਚਦਾ ਕਿ ਧਨ ਦੌਲਤ ਨਾਲ ਵਡਿਆਈ ਬਣੇਗੀ, ਕੋਈ ਰਾਜਨੀਤਿਕ ਰੁਤਬਿਆਂ ਨਾਲ ਵਡਿਆਈ ਬਣਾਉਣਾ ਚਾਹੁੰਦਾ ਹੈ। ਇੱਕ ਰੱਬ ਦਾ ਪਿਆਰਾ ਜਦੋਂ ਵੀ ਗੁਰੂ ਦੇ ਦਰ ਤੇ ਆਉਂਦਾ ਹੈ, ਇੱਕੋ ਇੱਕ ਦਾਤ ਮੰਗਦਾ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਰਾਜ ਦੀ ਵੀ ਲੋੜ ਨਹੀਂ ਹੈ, ਮੁਕਤੀ ਦੀ ਲੋੜ ਨਹੀਂ ਹੈ, ਤੇਰੇ ਚਰਨਾਂ ਦਾ ਪਿਆਰ ਚਾਹੀਦਾ ਹੈ। ਜੋ ਵਾਹਿਗੁਰੂ ਜੀ ਦੇ ਚਰਨਾਂ 'ਚ ਪਿਆਰ ਜੁੜ ਕੇ ਸੁੱਖ ਤੇ ਸ਼ੋਭਾ ਮਿਲਦੀ ਹੈ, ਉਹ ਹੋਰ ਕਿਸ ਥਾਂ ਤੋਂ ਨਹੀਂ ਮਿਲ ਸਕਦੀ। ਆਪ ਜੀ ਬੜੇ ਭਾਗੀ ਹੋ ਜੋ ਪਿਆਰ ਨਾਲ ਗੁਰੂ ਕੀ ਹਜ਼ੂਰੀ ਜੁੜ ਬੈਠੇ ਹੋ। ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਕਿ ਵਾਹਿਗੁਰੂ ਜੀ ਦੀ ਬੰਦਗੀ ਪਿਆਰ ਨਾਲ ਹੁੰਦੀ ਹੈ। ਪਿਆਰ ਸਤ ਸੰਗਤ ਤੋਂ ਬਿਨਾਂ ਪੈਦਾ ਨਹੀਂ ਹੁੰਦਾ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨ ਹੋਏ ਤੇਰੀ। ਜਿੱਥੇ ਆਪ ਜੀ ਨੇ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ, ਵਾਹਿਗੁਰੂ ਜੀ ਦੇ ਪਿਆਰ ਜੁੜ ਬੈਠੇ ਹੋ। ਸਤਿਗੁਰੂ ਜੀ ਦੇ ਇਤਿਹਾਸ ਦੀ ਰੋਜ਼ ਕਥਾ ਆਪ ਜੀ ਸਰਵਣ ਕਰਦੇ ਹੋ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੀ ਕਥਾ ਚੱਲ ਰਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੈਠ ਕੇ ਜੀਵਾਂ ਨੂੰ ਜੀਦਾਨ ਪ੍ਰਦਾਨ ਕਰ ਰਹੇ ਨੇ। ਵਾਰਤਾ ਪਿੱਛੇ ਸੀ ਕਿ ਹਰੀਪੁਰ ਦਾ ਰਾਜਾ ਹਰੀ ਸੈਨ ਗੁਰੂ ਕੇ ਦੀਦਾਰ ਕਰਨ ਆਇਆ, ਵਾਪਸ ਗਿਆ ਹੈ। ਉਹਦੀ ਧਰਮ ਪਤਨੀ ਜਿਹੜੀ ਮਾਨਸਿਕ ਤੌਰ ਤੇ ਪਾਗਲ ਹੋ ਗਈ ਸੀ, ਬਾਅਦ ਵਿੱਚ ਜੰਗਲ ਚੋਂ ਮਿਲੀ ਭਾਈ ਸਚਨ ਸੱਚ ਦੀ ਨਾਲ ਸਤਿਗੁਰੂ ਜੀ ਨੇ ਉਸ ਦਾ ਸੰਜੋਗ ਕਰ ਦਿੱਤਾ। ਸਚਨ ਸੱਚ ਨੂੰ ਸਤਿਗੁਰੂ ਜੀ ਨੇ ਇੱਕ ਇਲਾਕੇ ਦਾ ਮੰਜੀਦਾਰ ਥਾਪ ਦਿੱਤਾ। ਆਪ ਜੀ ਵਾਰਤਾ ਸਰਵਣ ਕਰ ਰਹੇ ਸੀ ਕਿ ਗੋਇੰਦਵਾਲ ਵਿੱਚ ਬੇਅੰਤ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ। ਗੁਰੂ ਕੀ ਕੀਰਤੀ ਦੂਰ ਦੁਰਾਡੇ ਤੱਕ ਪਸਰੀ ਹੈ। ਜਿਵੇਂ ਭਾਈ ਸਾਹਿਬ ਜੀ ਗੋਇੰਦਵਾਲ ਦੀਆਂ ਹੋਰ ਘਟਨਾਵਾਂ ਸਾਨੂੰ ਸੁਣਾਉਂਦੇ ਨੇ, ਆਓ ਆਪਾਂ ਗੁਰੂ ਪਿਆਰ 'ਚ ਜੁੜ ਕੇ ਗੁਰੂ ਕੀ ਗਾਥਾ ਸਰਵਣ ਕਰੀਏ। ਸਤਿਗੁਰੂ ਜੀ ਦੇ ਪਿਆਰ ਜੁੜਦੇ ਆਂ, ਗੁਰੂ ਚਰਨਾਂ ਦਾ ਧਿਆਨ ਧਰਦੇ ਆਂ। ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਸ ਪ੍ਰਕਾਰ ਗੁਰ ਕੋ ਜਸ ਫੈਲਾ, ਸੁਨ ਸੁਨ ਆਏ ਦਰਸ ਹਿਤ ਗੈਲਾ। ਕਵੀ ਜਨ ਕਹਿੰਦੇ ਕਿ ਗੁਰੂ ਦਾ ਜਸ ਕਿਵੇਂ ਦੂਰ ਦੂਰ ਤੱਕ ਪਸਰਿਆ ਹੋਇਆ ਹੈ, ਤੇ ਜਿਹੜਾ ਵੀ ਗੁਰੂ ਕੀ ਕੀਰਤੀ ਸੁਣਦਾ ਹੈ ਉਹ ਗੁਰੂ ਕੇ ਦੀਦਾਰ ਕਰਨ ਦੇ ਲਈ ਆਉਂਦਾ ਹੈ। ਲੋਕ ਅਨੇਕ ਕਾਮਨਾ ਧਾਰੇ, ਸਭ ਪਾਵਤ ਜਬ ਰੂਪ ਨਿਹਾਰੇ। ਆਏ ਦਰਸ ਹਿਤ ਗੈਲਾ, ਹਿਤ ਦੇ ਨਾਲ ਆਉਂਦੇ ਨੇ ਗੁਰੂ ਕੇ ਦੀਦਾਰ ਕਰਨ ਲਈ, ਪਿਆਰ ਦੇ ਨਾਲ। ਅਨੇਕਾਂ ਲੋਕ ਗੁਰੂ ਕੇ ਦਰਸ਼ਨ ਦੀਦਾਰ ਕਰਕੇ ਸਤ ਸੰਗਤ ਵਿੱਚ ਆ ਕੇ ਮਨ ਦਾ ਸੁਖ ਪ੍ਰਾਪਤ ਕਰਦੇ ਨੇ, ਮਨ ਇਛਤ ਫਲ ਪ੍ਰਾਪਤ ਕਰਦੇ ਹਨ। ਗ੍ਰਾਮ ਪੁਰਨ ਕੇ ਲੋਕ ਗਨੇਰੇ, ਆਵਤ ਦਰਸੇ ਭਾਗ ਬਡੇਰੇ। ਪਿੰਡਾਂ ਦੇ ਸ਼ਹਿਰਾਂ ਦੇ ਬੇਅੰਤ ਲੋਕ ਜਿਹੜੇ ਨੇ
ਉਹ ਗੁਰੂ ਕੇ ਦੀਦਾਰ ਕਰਨ ਆਉਂਦੇ ਨੇ। ਭਾਈ ਗੁਰੂ ਕੇ ਦੀਦਾਰ ਕਰਨ ਵਾਲਿਆਂ ਦੇ ਵੱਡੇ ਭਾਗ ਨੇ ਜਿਹੜੇ ਗੁਰੂ ਚਰਨਾਂ ਨਾਲ ਜੁੜਦੇ ਹਨ। ਲਗੇ ਦੀਵਾਨ ਮਹਾਨ ਹਮੇਸ਼ੂ ਸੰਗਤ ਨਿਤ ਬ੍ਰਤ ਆਏ ਵਿਸ਼ੇਸ਼। ਹਰ ਰੋਜ਼ ਦੀਵਾਨ ਸਜਦਾ ਹੈ, ਦੋਵੇਂ ਟਾਈਮ ਗੁਰੂ ਕੇ ਕੀਰਤਨੀਏ ਗੁਰਬਾਣੀ ਕੀਰਤਨ ਗਾਇਨ ਕਰਦੇ ਨੇ, ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਨੇ। ਸੰਗਤਾਂ ਗੁਰੂ ਕੀ ਗੋਦ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਮਾਣਦੀਆਂ ਹਨ। ਉੱਤਮ ਬ੍ਰਿੰਦ ਉਪਾਇਨ ਲਿਆਵੇ ਅੰਗੀਕਾਰਨ ਹੋਏ ਹਟਾਵੇ। ਦੂਰੋਂ ਦੂਰੋਂ ਜੋ ਸ਼ਰਧਾਲੂ ਚੱਲ ਕੇ ਆਉਂਦੇ ਨੇ ਗੁਰੂ ਦਰਬਾਰ ਦੇ ਲਈ ਬੜੀਆਂ ਬੜੀਆਂ ਕੀਮਤੀ ਵਸਤੂਆਂ ਭੇਟਾ ਦੇ ਤੌਰ ਤੇ ਲੈ ਕੇ ਆਉਂਦੇ ਹਨ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਜੇ ਤਿਕ ਦੇਗ ਬਿਖੇ ਲਗ ਜਾਏ ਗ੍ਰਹਿਣ ਕਰੇ ਸੋ ਨਰ ਗਨ ਖਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੀਆਂ ਕੀ ਚੀਜ਼ਾਂ ਗ੍ਰਹਿਣ ਕਰਦੇ ਨੇ ਜਾਂ ਰੱਖਦੇ ਨੇ ਜਿੰਨੀਆਂ ਉਹਨਾਂ ਨੂੰ ਲੋੜ ਹੈ। ਉਹ ਕੋ ਢੇਰ ਨਹੀਂ ਲਗਾਉਂਦੇ ਕਿ ਲਈ ਆਓ ਜਿੰਨੇ ਹੈ। ਉਹਨਾਂ ਨੂੰ ਇਹ ਕੋਈ ਚਿੰਤਾ ਨਹੀਂ ਹੈ ਕਿ ਆਪਾਂ ਜਮ੍ਹਾਂ ਕਰ ਲਈਏ ਕੱਲ ਨੂੰ ਕਿਵੇਂ ਚੱਲੇਗਾ ਜਾਂ ਕੋਈ ਬੈਂਕ ਬੈਲੈਂਸ ਬਣਾ ਲਈਏ। ਦੇਖੋ ਗੁਰੂ ਘਰ ਦੀ ਵਡਿਆਈ ਕਿ ਉਹਨਾਂ ਹੀ ਲਿਆਓ ਜਿੰਨਾ ਸਾਨੂੰ ਚਾਹੀਦਾ, ਇਹਦੋਂ ਵੱਧ ਸਾਨੂੰ ਲੋੜ ਨਹੀਂ ਹੈ। ਵੈਸੇ ਜੇ ਅਸੀਂ ਪਾਰਦਰਸ਼ੀ ਬਣਾਉਣਾ ਪ੍ਰਬੰਧ ਨੂੰ ਤੇ ਬੜਾ ਵਧੀਆ ਤਰੀਕਾ ਹੈ। ਗੁਰੂ ਘਰ 'ਚ ਉਹ ਚੀਜ਼ ਲਿਆਂਦੀ ਜਾਏ ਜਿਹਦੀ ਸਾਨੂੰ ਲੋੜ ਹੈ ਔਰ ਜੇ ਉਹ ਚੀਜ਼ ਆਏਗੀ ਤੇ ਉਹਦੀ ਵਰਤੋਂ ਵੀ ਬੜੀ ਵਧੀਆ ਤਰੀਕੇ ਦੇ ਨਾਲ ਹੋਵੇਗੀ। ਇਸ ਕਰਕੇ ਗੁਰੂ ਕੀ ਸੰਗਤ ਉਹ ਚੀਜ਼ਾਂ ਲਿਆਉਂਦੀ ਜੋ ਗੁਰੂ ਘਰ 'ਚ ਲੋੜ ਹੈ। ਸਤਿਗੁਰੂ ਜੀ ਉਹਨਾਂ ਕੋ ਰੱਖਦੇ ਜਿੰਨੀ ਕੋ ਉਹਨਾਂ ਨੂੰ ਲੋੜ ਹੈ, ਬਾਕੀ ਚੀਜ਼ਾਂ ਵਾਪਸ ਕਰ ਦਿੰਦੇ ਨੇ ਜਾਂ ਸਤਿਗੁਰੂ ਜੀ ਲੋਕਾਂ ਵਿੱਚ ਵੰਡ ਦਿੰਦੇ ਹਨ। ਲੰਗਰ ਚੱਲੇ ਅਤੋਟ ਬਿਸਾਲਾ ਹੋਵਨ ਲੱਗੇ ਪ੍ਰਾਤ ਹੀ ਕਾਲਾ। ਗੁਰੂ ਕੇ ਲੰਗਰ ਹਮੇਸ਼ਾ ਚੱਲਦੇ ਰਹਿੰਦੇ, ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ ਔਰ ਵੱਡੇ ਪੱਧਰ ਤੇ ਗੁਰੂ ਕਾ ਲੰਗਰ ਵਰਤਦਾ ਹੈ। ਜਬੇ ਦਿਓਸ ਆਵੇ ਮਧਿਆਨ ਤਬ ਸਤਿਗੁਰ ਪਹੁੰਚੈ ਹਿਤ ਖਾਨ। ਮਧਿਆਨ ਦਰਜ ਕੇ ਜਦੋਂ ਅੱਧਾ ਕੁ ਦਿਨ ਹੋ ਜਾਂਦਾ, ਜਿਹਨੂੰ ਆਪਾਂ ਦੁਪਹਿਰ ਵੇਲਾ ਹੁਣ ਕਹਿੰਦੇ ਆ, ਉਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਪ੍ਰਸ਼ਾਦਾ ਛਕਣ ਦੇ ਲਈ ਗੁਰੂ ਕੇ ਲੰਗਰ ਵਿੱਚ ਆਉਂਦੇ ਹਨ। ਅਚੈ ਓਗਰਾ ਹੋਏ ਅਨੂਨਾ ਸੋ ਵੀ ਤਨਕ ਉਦਰ ਰਹਿ ਹੋਣਾ। ਸਤਿਗੁਰ ਜੀ ਬਹੁਤ ਹੀ ਸਧਾਰਨ ਪ੍ਰਸ਼ਾਦਾ ਛਕਦੇ ਨੇ, ਭੋਜਨ ਛਕਦੇ ਨੇ। ਓਗਰਾ ਅਲੂਣਾ ਸਤਿਗੁਰ ਜੀ ਛਕਦੇ ਨੇ, ਭਾਵ ਬਹੁਤ ਘੱਟ ਖੁਰਾਕ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ। ਸੰਗਤ ਖਟ ਰਸ ਖਾਏ ਆਹਾਰਾ ਮਦਰ ਤੁਰਸ ਜੇ ਅਨੇਕ ਪ੍ਰਕਾਰਾ। ਬਾਕੀ ਗੁਰੂ ਕੀਆਂ ਸੰਗਤਾਂ ਲਈ ਬੜੇ ਸੋਹਣੇ ਪਕਵਾਨ ਪੱਕਦੇ ਨੇ, ਹਰ ਕੋਈ ਛਕਦੇ ਹਨ, ਹਰ ਤਰ੍ਹਾਂ ਦੇ ਪਕਵਾਨ ਬਣਦੇ ਹਨ। ਤਬ ਤੇ ਲੰਗਰ ਵਰਤਤ ਰਹਿ ਆਨ ਅਚੇ ਭੋਜਨ ਜੋ ਚਹੈ। ਲੰਗਰ ਸਾਰਾ ਦਿਨ ਵਰਤਦਾ ਰਹਿੰਦਾ ਹੈ, ਜਿਹਨੂੰ ਵੀ ਇੱਛਾ ਹੁੰਦੀ ਹੈ ਉਹ ਆ ਕੇ ਭੋਜਨ ਛਕ ਲੈਂਦਾ ਹੈ। ਨੈ ਕਿਸੂ ਹਟ ਕਾਰਨ ਹੋਏ ਦੇਸ਼ ਵਿਦੇਸ਼ੀ ਲੈ ਸਭ ਕੋਏ। ਕੋਈ ਗੁਰੂ ਕੇ ਲੰਗਰ ਚ ਆ ਜਾਏ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਸਿਰਫ ਇੱਕ ਸ਼ਰਤ ਹੈ ਕਿ ਜਿਨੇ ਲੰਗਰ ਛਕਣਾ ਉਹ ਪੰਗਤ ਵਿੱਚ ਬੈਠ ਕੇ ਛਕੇ। ਜਿਨੇ ਗੁਰੂ ਕੇ ਦੀਦਾਰ ਕਰਨੇ ਉਹ ਪਹਿਲਾਂ ਪੰਗਤ ਵਿੱਚ ਬੈਠੇ। ਕੋਈ ਗਰੀਬ ਆ ਜਾਏ, ਅਮੀਰ ਆ ਜਾਏ, ਉੱਚਾ ਨੀਵਾਂ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਹੈ ਇੱਥੇ। ਜੈ ਕੈ ਸੋ ਜਸ ਵਿਸਾਲ ਪ੍ਰਕਾਸ਼ਾ ਸਿੱਖਿਆਨ ਮਨ ਮੈਂ ਹੋਤ ਹੁਲਾਸਾ। ਜਿੱਧਰ ਵੀ ਦੇਖੋ ਗੁਰੂ ਕੀ ਕੀਰਤੀ ਪਸਰੀ ਹੋਈ ਹੈ। ਹੁਣ ਗੁਰੂ ਕਾ ਜਸ ਜਦੋਂ ਆਸੇ ਪਾਸੇ ਹੁੰਦਾ ਹੈ ਤੇ ਗੁਰਸਿੱਖਾਂ ਨੂੰ ਬੜਾ ਚਾਅ ਚੜ੍ਹਦਾ ਹੈ। ਉਹਨਾਂ ਦੇ ਮਨ 'ਚ ਬੜਾ ਹੁਲਾਸ ਖੇੜਾ ਪੈਦਾ ਹੁੰਦਾ ਹੈ ਆਪਣੇ ਗੁਰੂ ਕੀ ਵਡਿਆਈ ਸੁਣ ਕੇ। ਸ਼੍ਰੀ ਅੰਗਦ ਕੋ ਸੁਤ ਸੁਨ ਕਰਕੇ ਜਰੇ ਨਹੀਂ ਆ ਜਾਵਤ ਜਰ ਬਰ ਕੇ। ਔਰ ਸਤਿਗੁਰੂ ਜੀ ਦੀ ਇਹ ਕੀਰਤੀ ਦੇਸਾਂ ਪ੍ਰਦੇਸਾਂ 'ਚ ਪਸਰੀ ਹੋਈ ਹੈ। ਗੋਇੰਦਵਾਲ ਸਾਹਿਬ ਤੋਂ ਖੰਡੂਰ ਸਾਹਿਬ ਤੋਂ ਬਹੁਤ ਦੂਰ ਨਹੀਂ ਹੈ। ਖੰਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਰਹਿੰਦੇ ਨੇ। ਹੁਣ ਉੱਥੇ ਜਾ ਕੇ ਲੋਕੀ ਵਡਿਆਈ ਕਰਦੇ ਗੋਇੰਦਵਾਲ ਦੀ ਕਿ ਗੋਇੰਦਵਾਲ 'ਚ ਬੜੀ ਰੌਣਕ ਹੈ, ਉੱਥੇ ਬੜੇ ਲੰਗਰ ਚੱਲਦੇ ਨੇ, ਬਹੁਤ ਦੁਨੀਆ ਦੂਰੋਂ ਚੱਲ ਕੇ ਆਉਂਦੀ ਹੈ। ਜਦੋਂ ਉਹ ਸਤਿਗੁਰੂ ਜੀ ਦਾ ਜਸ ਸੁਣਦੇ ਨੇ ਤੇ ਉਹ ਖੁਸ਼ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਮਨਾਂ 'ਚ ਈਰਖਾ ਹੈ। ਹਮਰੇ ਘਰ ਕੀ ਇਹ ਵਡਿਆਈ ਹਮਕੋ ਕਿਉਂ ਨਾ ਹੋਏ ਸੁਖਦਾਈ। ਕਹਿੰਦੇ ਇਹ ਸਾਡੇ ਘਰ ਦੀ ਵਡਿਆਈ ਹੈ ਕਿਉਂਕਿ ਇਹ ਗੁਰਤਾ ਗੱਦੀ ਨੂੰ ਆਪਣੀ ਘਰ ਦੀ ਗੱਦੀ ਸਮਝ ਬੈਠੇ ਸਨ। ਇਹ ਗੱਲ ਪਹਿਲਾਂ ਬਾਬਾ ਸ੍ਰੀ ਚੰਦ ਜੀ ਹੋਣਾ ਨੇ ਵੀ ਸਮਝੀ ਸੀ ਕਿ ਇਹ ਸਾਡੀ ਗੱਦੀ ਹੈ। ਇਹੀ ਗੱਲ ਇਹ ਸਮਝ ਬੈਠੇ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਇੱਕ ਪੌੜੀ ਲਿਖੀ ਹੈ ਜਿਹਦੇ 'ਚ ਇਹਨਾਂ ਸਾਰੇ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਹੈ। ਜਿੱਥੇ ਬਾਲ ਚਦੀ ਜਤੀ ਹੋਏ ਸ੍ਰੀ ਚੰਦ ਬਾਬਾ ਨੇ ਦੇਹੁਰਾ ਬਣਾਇਆ
ਔਰ ਇਸੇ ਤਰ੍ਹਾਂ ਧਰਮਚੰਦ ਦੀ ਗੱਲ, ਦਾਤੂ ਦਾਸੂ ਦੀ ਗੱਲ, ਮੋਹਨ ਤੇ ਮੋਹਰੀ ਦੀ ਗੱਲ, ਪਿਰਥੀ ਚੰਦ ਦੀ ਗੱਲ, ਇਹ ਜਿੰਨੇ ਗੁਰੂ ਘਰ ਤੋਂ ਬਾਗੀ ਹੋ ਗਏ, ਜਿਨ੍ਹਾਂ ਦੇ ਪ੍ਰਥਾਏ ਭਾਈ ਸੱਤਾ ਤੇ ਬਲਵੰਤ ਜੀ ਨੇ ਲਿਖਿਆ, ਪੁੱਤਰੀ ਕੌਲ ਨ ਪਾਲਿਓ ਕਰ ਪੀਰੋਂ ਕੰਨ ਮੁਰਟੀ ਹੈ। ਇਹਨਾਂ ਪੁੱਤਰਾਂ ਨੇ ਗੁਰੂ ਕੇ ਬਚਨ ਨਾ ਮੰਨੇ ਔਰ ਇਹ ਗੁਰੂ ਵੱਲੋਂ, ਪੀਰੋਂ ਦਾ ਅਰਥ ਕਿ ਗੁਰੂ ਵੱਲੋਂ ਮੋਢਾ ਦੇ ਕੇ, ਕੰਨ ਦਾ ਅਰਥ ਹੁੰਦਾ ਮੋਢਾ, ਕਿਸੇ ਦੀ ਗੱਲ ਸੁਣ ਕੇ ਨਾ ਮੋਢਾ ਜਿਹਾ ਫੇਰ ਜਾਣਾ। ਇਹ ਗੁਰੂ ਕੇ ਬਚਨ ਸੁਣ ਕੇ ਇਹ ਮੋਢਾ ਮੋੜ ਗਏ, ਗੁਰੂ ਕੇ ਬਚਨ ਇਹਨਾਂ ਨੇ ਮੰਨੇ ਨਾ, ਇਹ ਗੁਰੂ ਦੇ ਦਰ ਤੇ ਸਤਿਕਾਰ ਪ੍ਰਾਪਤ ਨਾ ਕਰ ਸਕੇ। ਇਹ ਗੱਲ ਵੱਖਰੀ ਹੈ ਕਿ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਅੰਸ਼ ਵਿੱਚੋਂ ਕਹਿ ਕੇ ਮੱਥੇ ਟਿਕਾਈ ਚਲੇ ਜਾਂਦੇ ਨੇ ਤੇ ਭੋਲੇ ਭਾਲੇ ਲੋਕ ਟੇਕੀ ਜਾਂਦੇ ਨੇ। ਗੁਰੂ ਨਾਨਕ ਦੀ ਅੰਸ਼ ਵਿੱਚੋਂ ਭਾਈ ਲੈਣਾ ਜੀ ਸਨ। ਗੁਰੂ ਨਾਨਕ ਦੀ ਜਿਹੜੀ ਬੰਸਾਵਲੀ ਹੈ ਉਹ ਪਿਓ ਦਾਦੇ ਜਿਵੇਂ ਆ ਪੋਤੜਾ ਪ੍ਰਵਾਨ, ਉਹਨਾਂ ਦੀ ਬੰਚੋ ਗੁਰੂ ਅਮਰਦਾਸ ਜੀ ਨੇ। ਉਹ ਸੰਸਾਰਕ ਤੌਰ ਤੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਪੂਜਦੇ, ਅਸੀਂ ਉਹਨਾਂ ਨੂੰ ਰੂਹਾਨੀਅਤ ਦੀ ਜੋ ਪੀੜ੍ਹੀ ਹੈ ਗੁਰੂ ਨਾਨਕ ਸਾਹਿਬ ਜੀ ਦੀ, ਉਹਦੀ ਗੱਲ ਕਰਦੇ ਹਾਂ। ਇਸ ਕਰਕੇ ਗੁਰੂ ਕਾ ਪੁੱਤਰ ਗੁਰੂ ਕਾ ਖਾਲਸਾ ਹੈ। ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਆਪਣੇ ਪੁੱਤਰ ਹੋਣ ਦਾ ਮਾਣ ਦਿੱਤਾ ਹੈ। ਇਸ ਕਰਕੇ ਜੋ ਗੁਰੂ ਕੀ ਆਗਿਆ ਵਿੱਚ ਚੱਲੇ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰੂ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਕੇ ਭਾਣੇ 'ਚ ਹੀ ਨਹੀਂ ਚੱਲਿਆ ਉਹ ਗੁਰੂ ਦਰ ਤੇ ਸਤਿਕਾਰ ਨਾ ਲੈ ਸਕਿਆ। ਇਸ ਤਰ੍ਹਾਂ ਦਾਤੂ ਜੀ ਤੇ ਦਾਸੂ ਜੀ ਜਦੋਂ ਸਤਿਗੁਰੂ ਜੀ ਦੀ ਵੀਰ ਕੀਰਤੀ ਸੁਣਦੇ ਨੇ ਮਨ 'ਚ ਬੜੇ ਦੁਖੀ ਹੁੰਦੇ ਨੇ ਕਿ ਹੱਕ ਤਾਂ ਸਾਡਾ ਸੀ, ਗੱਦੀ ਤਾਂ ਸਾਡੇ ਬਾਪੂ ਦੀ, ਇਹ ਹੋਰ ਹੀ ਕੋ ਬਾਹਰੋਂ ਆ ਕੇ ਲੈ ਗਏ, ਸਾਨੂੰ ਕੋਈ ਪੁੱਛਦਾ ਹੀ ਨਹੀਂ ਹੈ। ਉੱਥੇ ਆ ਕੇ ਰੌਣਕਾਂ ਲੱਗੀਆਂ ਹੋਈਆਂ ਹਨ। ਸ਼੍ਰੀ ਅੰਗਦ ਬੈਕੁੰਠ ਬਦਾਰੇ ਕਰੀ 13ਵੀਂ ਜਬੈ ਪਿਸ਼ਾਰੇ। ਇਸ ਵੇਲੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੋਤੀ ਜੋ ਸਮਾ ਗਏ, ਉਦੋਂ ਬਾਅਦ ਉਹਨਾਂ ਦੇ ਜੋ ਭੋਗ ਸਮਾਗਮ ਹੋਏ, ਉਦੋਂ ਬਾਅਦ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਵਿੱਚ ਆ ਗਏ ਔਰ ਗੁਰੂ ਕੀ ਸੰਗਤ ਵੀ ਉੱਥੇ ਆ ਗਈ। ਹੁਣ ਖੰਡੂਰ ਸਾਹਿਬ ਜੀ 'ਚ ਉਹ ਰੌਣਕਾਂ ਤੇ ਰਹਿ ਨਹੀਂ ਗਈਆਂ ਜਿਹੜੀਆਂ ਰੌਣਕਾਂ ਸਤਿਗੁਰੂ ਸਾਹਿਬ ਜੀ ਦੇ ਵੇਲੇ ਸਨ, ਕਿਉਂਕਿ ਸੰਗਤ ਸਾਰੀ ਹੁਣ ਆ ਗਈ ਗੋਇੰਦਵਾਲ ਸਾਹਿਬ। ਲੇਕਿਨ ਗੁਰੂ ਪੁੱਤਰਾਂ ਨੇ ਯਤਨ ਕੀਤਾ ਕਿ ਉਹ ਰੌਣਕ ਅਸੀਂ ਉਸੇ ਤਰ੍ਹਾਂ ਲਗਾ ਸਕੀਏ, ਅਸੀਂ ਵੀ ਆਪਣੀ ਪੂਜਾ ਕਰਾ ਸਕੀਏ। ਬੁੱਢੇ ਔਰ ਵਿਚਾਰ ਕਰਨੀ ਕਾ ਦੀਨ ਸੇ ਅਮਰ ਗੁਰੂ ਕਾ ਟੀਕਾ। ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਜਿਹੜੇ ਗੁਰੂ ਕੇ ਮੁਖੀ ਸਿੱਖ ਸਨ, ਕਿਉਂਕਿ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਗੁਰੂ ਅਮਰਦਾਸ ਜੀ ਨੂੰ ਵਡਿਆਈ ਦੇ ਦਿੱਤੀ। ਉਹ ਸੰਸਾਰ ਜਿਸ ਵੇਲੇ ਸਤਿਗੁਰੂ ਜੀ ਦੇ ਇਹ ਸਾਰੇ ਸਮਾਗਮ ਦੀ ਸਮਾਪਤੀ ਹੋਈ, ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਾ ਟਿੱਕਾ ਦੇ ਦਿੱਤਾ, ਉਹ ਸਿਰਪਾਉ ਦੇ ਦਿੱਤਾ, ਦਸਤਾਰ ਦੇ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ। ਦਾਤੂ ਨੇ ਨਿਜ ਬਲ ਕੋ ਧਾਰੇ ਲੈ ਸਭ ਤੇ ਬਾਂਧੀ ਦਸਤਾਰੇ। ਤੇ ਜਿਵੇਂ ਬਾਬਾ ਦਾਤੂ ਜੀ ਸਨ, ਉਹਨਾਂ ਨੇ ਆਪਣੀ ਤਾਕਤ ਵਰਤ ਲਈ। ਉਹਨਾਂ ਨੇ ਉਸ ਵੇਲੇ ਜਿਹੜੀਆਂ ਸੰਗਤਾਂ ਬਾਹਰੋਂ ਆਈਆਂ ਸਨ ਉਹਨਾਂ ਪਾਸੋਂ ਦਸਤਾਰਾਂ ਲੈ ਕੇ ਤੇ ਆਪ ਹੀ ਬੰਨ੍ਹ ਲਈਆਂ ਉਹਨਾਂ ਨੇ। ਬੈਠੇ ਨਿਤ ਗਾਦੀ ਪਰ ਸੋਏ ਪੂਜਾ ਕਾਰਨ ਆਏ ਨ ਕੋਏ। ਉਹ ਵੀ ਗੱਦੀ ਲਗਾ ਕੇ ਬੈਠਣ ਲੱਗ ਪਏ ਕਿ ਹੁਣ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਬਾਅਦ ਹੁਣ ਮੇਰੀ ਪੂਜਾ ਹੋ ਜਾਏਗੀ। ਬੈਠੇ ਰਹੇ ਉਹ ਦਸਤਾਰਾਂ ਬੰਨ੍ਹ ਕੇ, ਪਰ ਕੋਈ ਉਹਨਾਂ ਦੇ ਨੇੜੇ ਨਾ ਆਇਆ। ਉਪਦੇਸ਼ਤ ਸੰਗਤ ਕੋ ਰਹਿਓ ਤਉ ਨ ਗੁਰੇਸ ਕੋ ਕਿਨ ਕਹਿਓ। ਆਪਣੇ ਵੱਲੋਂ ਉਪਦੇਸ਼ ਵੀ ਕਰਦਾ ਸੰਗਤਾਂ ਨੂੰ ਕਿ ਜਿਵੇਂ ਮੈਂ ਹੀ ਗੁਰੂ ਹਾਂ, ਪਰ ਫਿਰ ਵੀ ਕਿਸੇ ਨੇ ਉਹਨੂੰ ਗੁਰੂ ਨਹੀਂ ਕਿਹਾ। ਆਏ ਨਹੀਂ ਕੋ ਮਾਤ ਨਿਵਾਵੇ ਮਿਲੇ ਨ ਕਛ ਅਕੋਰ ਅਰ ਪਾਵੇ। ਸੰਗਤ ਕਿੰਨੀ ਜਾਗਰੂਕ ਸੀ ਆਪਾਂ ਇੱਥੋਂ ਦੇਖ ਸਕਦੇ ਹਾਂ। ਜਿਵੇਂ ਕਹਿ ਲਓ ਕਿ ਸੰਗਤ ਗੁਰੂ ਕੇ ਹੁਕਮਾਂ ਦੀ ਕਿੰਨੀ ਪਾਲਣਾ ਕਰਦੇ ਸੀ, ਜਾਂ ਗੁਰੂ ਜੋਤ ਦੇ ਨਾਲ ਉਹਨਾਂ ਦਾ ਕਿੰਨਾ ਪਿਆਰ, ਇੱਥੋਂ ਇਹ ਸਾਨੂੰ ਪਤਾ ਲੱਗਦਾ ਹੈ। ਉਹਨਾਂ ਇਹ ਨਹੀਂ ਕਿਹਾ ਕਿ ਗੁਰੂ ਕਾ ਪੁੱਤਰ ਸਤਿਕਾਰਯੋਗ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਗੁਰੂ ਤੇ ਗੁਰੂ ਹੈ ਨਾ। ਇਸ ਕਰਕੇ ਜੋ ਗੁਰੂ ਹੈ, ਜੋ ਗੁਰੂ ਵਡਿਆਈ ਦੇ ਗਏ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਸੰਗਤਾਂ ਉਹਨਾਂ ਦੇ ਕੋਲ ਹੀ ਜੁੜਦੀਆਂ ਨੇ। ਔਰ ਦਾਤੂ ਜੀ ਨੇ ਬੜਾ ਯਤਨ ਕੀਤਾ, ਬੈਠੇ ਰਹੇ ਕਈ ਦਿਨ, ਦਸਤਾਰਾਂ ਸਜਾ ਕੇ ਸੰਗਤ ਦੀਆਂ ਦਿੱਤੀਆਂ ਕਿ ਕੋਈ ਮੇਰੇ ਕੋਲ ਆਏਗਾ, ਮੇਰੀ ਵੀ ਪੂਜਾ ਬਣ ਜਾਏਗੀ, ਲੇਕਿਨ ਕੋਈ ਉਹਨਾਂ ਦੇ ਨੇੜੇ ਨਾ ਆਇਆ। ਜਾ ਤੇਰੇ ਸਕਰ ਦੁਖੈ ਕਨੇਰਾ ਹੋਏ ਈਰਖਾ ਸਹਿਤ ਬਡੇਰਾ। ਮਨ ਵਿੱਚ ਬੜਾ ਦੁਖੀ ਹੋ ਗਿਆ, ਗੁੱਸਾ ਆ ਗਿਆ, ਈਰਖਾ ਆ ਗਈ ਔਰ ਬੈਠਾ ਬੜਾ ਪਛਤਾਈ ਜਾਂਦਾ ਹੈ। ਬਨੇ ਗੁਰੂ ਪਰ ਬਨਿਓ ਨ ਜਾਈ ਨੈ ਸੰਗਤ ਕਿਛ ਦਿਸ ਦੇ ਆਈ। ਗੁਰੂ ਬਣਨਾ ਚਾਹੁੰਦਾ ਪਰ ਬਣਿਆ ਨਹੀਂ ਜਾਂਦਾ, ਸੰਗਤ ਉਹਦੇ ਕੋਲ ਇਕੱਠੀ ਨਾ ਹੋਈ। ਸਮੇਂ-ਸਮੇਂ ਤੇ ਆਪਾਂ ਗੁਰੂ ਇਤਿਹਾਸ ਪੜ੍ਹਦੇ ਹਾਂ ਨਾ, ਆਪੋ ਆਪਣੇ ਯਤਨ ਬਹੁਤਿਆਂ ਨੇ ਕੀਤੇ। ਬਾਬਾ ਦਾਤੂ ਜੀ ਨੇ ਵੀ ਕੀਤਾ,
ਇਸੇ ਤਰੀਕੇ ਦੇ ਨਾਲ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤ ਕੀਤਾ ਔਰ ਉਹ ਤਾਂ ਗਵਰਨਮੈਂਟ ਦੇ ਨਾਲ ਹੀ ਰਲ ਗਏ। ਗਵਰਨਮੈਂਟ ਵੀ ਜਿਹੜੀ ਹੈ ਦਖਲ ਦੇਣ ਲੱਗ ਪੈਂਦੀ ਹੈ। ਬਾਬਾ ਧੀਰਮਲ ਨੇ ਬੜਾ ਯਤਨ ਕੀਤਾ, ਰਾਮ ਰਾਏ ਜੀ ਨੇ ਬੜਾ ਯਤਨ ਕੀਤਾ, ਹੋਰ ਵੀ ਕਰਦੇ ਰਹੇ। ਔਰ ਇਹੀ ਕਾਰਨ ਹੈ ਜਦੋਂ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਨਾ, ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਅਸੀਂ ਕਹਿੰਦੇ ਪੰਜ ਪਿਆਰੇ ਚਾਰ ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸਾਹਿਬਜ਼ਾਦੇ ਜੇ ਸਤਿਕਾਰਯੋਗ ਹੋਏ ਨੇ ਗੁਰੂ ਘਰ 'ਚ, ਜਿਹੜੇ ਗੁਰਤਾ ਗੱਦੀ ਤੇ ਬੈਠ ਗਏ, ਉਹਨਾਂ ਦੀ ਤੇ ਗੁਰੂ ਦੇ ਤੌਰ ਤੇ ਵਡਿਆਈ ਹੈ। ਲੇਕਿਨ ਉਹਨਾਂ ਤੋਂ ਬਾਅਦ ਜੇ ਗੁਰੂ ਘਰ 'ਚ ਮਾਣ ਮਿਲਿਆ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਮਿਲਿਆ, ਜਿਨ੍ਹਾਂ ਨੇ ਗੁਰੂ ਕੇ ਹੁਕਮਾਂ ਅਨੁਸਾਰ ਗੁਰੂ ਕੀ ਆਗਿਆ ਚੱਲ ਕੇ ਮਨੁੱਖਤਾ ਦੀ ਖਾਤਰ ਏਡੀਆਂ ਵੱਡੀਆਂ ਸ਼ਹਾਦਤਾਂ ਕੀਤੀਆਂ। ਕਿਤੇ ਗੱਦੀਆਂ ਲਾਉਣ ਦਾ ਚਾਹ ਨਹੀਂ ਸੀ ਉਹਨਾਂ ਨੂੰ ਕਿ ਵੱਖਰੀ ਗੱਦੀ ਲਾਵਾਂਗੇ। ਇਸ ਕਰਕੇ ਇਹ ਸਾਹਿਬਜ਼ਾਦੇ ਗੁਰੂ ਦੀ ਬਰਾਬਰਤਾ ਕਰਨ ਵਾਲੇ, ਗੁਰੂ ਘਰ 'ਚ ਮਾਣ ਨਾ ਲੈ ਸਕੇ, ਸਤਿਕਾਰ ਨਾ ਲੈ ਸਕੇ, ਕੋਈ ਇਹਨਾਂ ਦੇ ਨੇੜੇ ਨਾ ਆਇਆ। ਹੋਤੇ ਮਿੱਤਰ ਖਤਰੀ ਇਸ ਕੇਰੇ, ਨਿਕਟ ਬੈਠ ਕਰ ਤਰਕ ਕਨੇਰੇ। ਕਈ ਇਹਦੇ ਮਿੱਤਰ ਸਨ ਨਗਰ ਦੇ ਰਹਿਣ ਵਾਲੇ, ਔਰ ਕਿਉਂਕਿ ਜਿੱਦਾਂ ਦਾ ਬੰਦਾ ਹੋਏ ਉਦਾਂ ਦੇ ਮਿੱਤਰ ਬਹੁਤ ਮਿਲ ਜਾਂਦੇ ਨੇ। ਉਹ ਇਹਦੇ ਕੋਲ ਬੈਠ ਕੇ ਨਾ ਇਹਨੂੰ ਤਰਕਾਂ ਕਰਦੇ ਨੇ, ਇਹਨੂੰ ਮਿਹਣੇ ਮਾਰਦੇ ਨੇ ਕਿ ਤੇਰੇ ਬਾਪੂ ਦੀ ਜਗ੍ਹਾ ਤੇ ਹੋਰ ਹੀ ਕੋਈ ਆ ਕੇ ਬੈਠ ਗਿਆ, ਤੈਨੂੰ ਉਹ ਗੱਦੀ ਮਿਲੀ ਨਹੀਂ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਕੰਨਾਂ 'ਚ ਪਾਉਂਦੇ ਰਹਿੰਦੇ ਹਨ। ਤੁਮ ਸਬੂਤ ਬੈਠੇ ਰਹਿ ਸ਼ੂਸ਼ੇ, ਆਏ ਨਹੀਂ ਕੋ ਬਾਤ ਨਾ ਪੁੱਛੇ। ਤੁਸੀਂ ਗੁਰੂ ਕੇ ਪੁੱਤਰ ਖਾਲੀ ਰਹਿ ਗਏ, ਤੁਹਾਨੂੰ ਪੁੱਛਦਾ ਹੀ ਨਹੀਂ ਹੈ ਕੋਈ, ਤੁਹਾਡੇ ਨੇੜੇ ਕੋਈ ਨਹੀਂ ਆਉਂਦਾ। ਉਹ ਸਿੱਖ ਆਏ ਨਾ ਦਰਸ ਨਿਹਾਰੈ, ਭੇਟ ਨਾ ਅਰਪੈ ਨਮੋ ਨ ਤਾਰੈ। ਕੋਈ ਸਿੱਖ ਤੁਹਾਡੇ ਕੋਲ ਤੁਹਾਨੂੰ ਮਿਲਣ ਵੀ ਨਹੀਂ ਆਉਂਦਾ, ਦਰਸ਼ਨ ਕਰਨ ਨਹੀਂ ਆਉਂਦਾ, ਕੋਈ ਤੁਹਾਡੇ ਅੱਗੇ ਭੇਟਾ ਨਹੀਂ ਰੱਖਦਾ। ਹੁਣ ਜੀਵਤ ਹੀ ਬੇਮ੍ਰਿਤਕ ਸਮਾਨਾ, ਪਿਤ ਗਾਦੀ ਨਹਿ ਲਈ ਮਹਾਨਾ। ਦੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਹੁਤ ਵੱਡਾ ਇਨਕਲਾਬ ਖੜਾ ਕੀਤਾ ਮਨੁੱਖਤਾ ਦੀ ਬਰਾਬਰਤਾ ਦੇ ਲਈ, ਸਮਾਜ ਦੀ ਭਲਾਈ ਦੇ ਲਈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕ੍ਰਾਂਤੀ ਲਿਆਂਦੀ। ਉਹ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀ ਸੀ ਨਾ, ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੀ ਦੁਨੀਆ 'ਚ ਇੱਕ ਪੁਜਾਰੀ ਵਾਲੀ ਸੋਚ ਰੱਖਦੇ ਨੇ ਕਿ ਧਰਮ ਦੇ ਨਾਂ ਤੇ ਮੱਥੇ ਟਿਕਾਈ ਜਾਓ, ਚੜ੍ਹਤ ਚੜਾਵੇ ਲਈ ਜਾਓ, ਆਪਣੀਆਂ ਦੁਕਾਨਾਂ ਚਲਾਈ ਜਾਓ, ਜਾਂ ਧਰਮ ਦੇ ਨਾਂ ਤੇ ਲੋਕਾਂ 'ਚ ਬਰਾਦਰੀਵਾਦ ਪੈਦਾ ਕਰਕੇ, ਧੜੇਬੰਦੀਆਂ, ਜਾਤ ਪਾਤ, ਵਰਨ ਵੰਡ ਪੈਦਾ ਕਰਕੇ ਆਪਣਾ ਤੋਰਾ ਟਿੱਕਾ ਚਲਾਈ ਜਾਓ। ਉਹਨਾਂ ਲੋਕਾਂ ਨੂੰ ਗੁਰੂ ਨਾਨਕ ਦੀ ਗੱਲ ਚੰਗੀ ਨਾ ਲੱਗੀ। ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਵਿਰੋਧਤਾ ਹਮੇਸ਼ਾ ਕੀਤੀ। ਕੁਝ ਉਹ ਲੋਕ ਜਿਹੜੇ ਰਾਜ ਗੱਦੀਆਂ ਤੇ ਬੈਠੇ ਸਨ, ਜਿਹੜੇ ਚਾਹੁੰਦੇ ਸਨ ਕਿ ਦੁਨੀਆ ਜਿਹੜੀ ਮੂਰਖ ਜੀ ਬਣੀ ਰਹੇ, ਸਾਡੀਆਂ ਗੱਦੀਆਂ ਕਾਇਮ ਰਹਿਣ, ਔਰ ਲੋਕਾਂ ਦੀ ਲੁੱਟ ਖਸੁੱਟ ਜਿਹੜੇ ਕਰਦੇ ਸਨ, ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਵੀ ਵੰਗਾਰਿਆ। ਉਹਨਾਂ ਨੂੰ ਵੀ ਗੁਰੂ ਨਾਨਕ ਸਾਹਿਬ ਜੀ ਦਾ ਇਨਕਲਾਬ ਚੰਗਾ ਨਾ ਲੱਗਾ। ਉਹਨਾਂ ਨੇ ਸਮੇਂ-ਸਮੇਂ ਤੇ ਗੁਰੂ ਸਾਹਿਬ ਜੀ ਦੀ ਵਿਰੋਧਤਾ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੇ ਚਲੋ ਜਿੱਥੇ ਗੁਰੂ ਨਾਨਕ ਸਾਹਿਬ ਜੀ ਕਹੇ ਉੱਥੇ ਉਹਨਾਂ ਦੀ ਵਿਰੋਧਤਾ ਥੋੜੀ ਬਹੁਤੀ ਹੁੰਦੀ ਰਹੀ, ਬਹੁਤੀ ਵੀ ਹੋਈ। ਕਈ ਥਾਂ ਤੇ ਆਪਾਂ ਪੜ੍ਹਦੇ ਹਾਂ ਟੰਗੋਂ ਪਕੜ ਘਸੀਟਿਆ, ਇੰਨੀ ਗੱਲ ਤੇ ਲਿਖੀ ਜੇ ਘਸੀਟਿਆ ਤੇ ਹੋਰ ਕੀ ਕੁਝ ਕਿਹਾ ਹੋਏਗਾ। ਹਰਿਦੁਆਰ ਦੀ ਧਰਤੀ ਤੇ ਸਤਿਗੁਰੂ ਜੀ ਦੇ ਨਾਲ ਕੀ ਵਾਪਰਿਆ ਹੋਏਗਾ। ਹੋਰ ਬੜੀਆਂ ਘਟਨਾਵਾਂ ਨੇ ਜਿੱਥੇ ਸਤਿਗੁਰੂ ਜੀ ਦੀ ਵਿਰੋਧਤਾ ਲੋਕਾਂ ਨੇ ਕੀਤੀ। ਲੇਕਿਨ ਜਦ ਗੁਰੂ ਅੰਗਦ ਦੇਵ ਜੀ ਮਹਾਰਾਜ ਆਏ, ਉਹ ਸਹਿਜੇ ਵਿਰੋਧਤਾ ਵੱਧਦੀ ਗਈ। ਗੁਰੂ ਅਮਰਦਾਸ ਜੀ ਦੇ ਵੇਲੇ ਇਹ ਜਿਹੜੀਆਂ ਧਿਰਾਂ ਸੀ ਇਹਨਾਂ ਨੂੰ ਦੇਖਿਆ, ਇਹ ਤਾਂ ਇਨਕਲਾਬ ਬਣ ਗਿਆ। ਉਹਨਾਂ ਨੇ ਫਿਰ ਗੁਰੂ ਘਰ ਦੇ ਵਿੱਚੋਂ ਹੀ ਵਿਰੋਧੀ ਖੜੇ ਕਰਨੇ ਸ਼ੁਰੂ ਕਰਤੇ। ਜਿਵੇਂ ਬਾਬਾ ਦਾਤੂ ਜੀ ਸਨ, ਉਦੋਂ ਬਾਅਦ ਬਾਬਾ ਪ੍ਰਿਥੀ ਚੰਦ ਜੀ ਸਨ, ਉਦੋਂ ਬਾਅਦ ਆਪਾਂ ਦੇਖਦੇ ਵਿਰੋਧਤਾ ਕਿੱਥੋਂ ਤੱਕ ਪਹੁੰਚ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ। ਸੋ ਉਹ ਜਿਹੜੇ ਵਿਰੋਧੀ ਸੋਚ ਵਾਲੇ ਲੋਕ ਨੇ, ਉਹਨਾਂ ਹਮੇਸ਼ਾ ਗੁਰੂ ਘਰ ਦੇ ਵਿੱਚ ਫੁੱਟ ਪਾਉਣ ਦਾ ਯਤਨ ਕੀਤਾ। ਇਹੋ ਜਿਹੀ ਸੋਚ ਵਾਲਿਆਂ ਨੇ ਬਾਬਾ ਦਾਤੂ ਜੀ ਨੂੰ ਚੁੱਕਿਆ ਕਿ ਤੁਸੀਂ ਤੇ ਜਿਉਂਦੇ ਮਰ ਗਏ, ਤੁਹਾਨੂੰ ਤੇ ਪੁੱਛਦਾ ਹੀ ਕੋਈ ਨਹੀਂ। ਕੋਈ ਬਾਹਰੋਂ ਹੀ ਆ ਕੇ ਤੁਹਾਡੇ ਬਾਪੂ ਦੀ ਗੱਦੀ ਤੇ ਬੈਠ ਕੇ ਪੂਜਾ ਕਰਾ ਰਿਹਾ ਹੈ, ਕਿਉਂਕਿ ਲੋਕੀ ਸੋਚਦੇ ਕਿ ਇਹ ਗੱਦੀ ਪੂਜਾ ਕਰਾਉਣ ਲਈ ਹੈ। ਇਹ ਜੋ ਧਰਮ ਹੈ ਸਿਰਫ ਮੱਥੇ ਟਿਕਾਉਣ ਲਈ ਹੈ, ਜਾਂ ਲੋਕਾਂ ਪਾਸੋਂ ਚੜ੍ਹਤ ਚੜਾਵੇ ਲੈਣ ਲਈ। ਆਪਾਂ ਦੇਖਦੇ ਹਾਂ ਧਰਮ ਦੇ ਨਾਂ ਤੇ ਦੁਕਾਨਾਂ ਖੁੱਲੀਆਂ ਹੋਈਆਂ, ਕੇਵਲ ਸਾਡੇ 'ਚ ਨਹੀਂ, ਆਸੇ-ਪਾਸੇ ਵੀ ਬੜੀਆਂ ਨੇ, ਸਿਰਫ ਧਰਮ ਦੇ ਨਾਂ ਤੇ। ਜਿਹੜਾ ਬੰਦਾ ਕਿਤੇ ਨਾ ਚੱਲ ਸਕੇ, ਉਹ ਕਹਿੰਦਾ ਧਾਰਮਿਕ ਹੀ ਬਣ ਜਾਓ, ਹੋਰ ਕੋਈ ਨਹੀਂ, ਧਰਮ ਸਥਾਨ ਦੇ ਨਾਲ ਹੀ ਜੁੜ ਜਾਓ। ਅਸੀਂ ਦੇਖਦੇ ਰਾਜਨੀਤਿਕ ਲੋਕਾਂ ਦੀ ਰਾਜਨੀਤੀ ਫੇਰ ਹੋਣ ਲੱਗੇ ਤੇ ਉਹ ਧਰਮ ਦਾ ਆਸਰਾ ਲੈ ਲੈਂਦੇ ਨੇ, ਧਾਰਮਿਕ ਕੱਪੜੇ ਪਾ ਕੇ ਧਰਮ ਸਥਾਨਾਂ ਤੇ ਜਾ ਵੜਦੇ ਨੇ, ਗੁਟਕਿਆਂ ਦੀ ਸਹੁੰ ਚੁੱਕਣੀ ਸ਼ੁਰੂ ਕਰ ਦਿੰਦੇ ਨੇ, ਗੁਰੂ ਦਾ ਵਾਸਤਾ ਪਾਉਣਾ ਸ਼ੁਰੂ ਕਰ ਦਿੰਦੇ ਨੇ, ਪੰਥ ਦਾ ਵਾਸਤਾ ਪਾਉਣਾ ਸ਼ੁਰੂ ਕਰ ਦਿੰਦੇ ਨੇ। ਜਿਹੜਾ ਕਿਸੇ ਪਾਸੇ ਫੇਲ ਹੋ ਜਾਏ ਉਹ ਧਰਮ ਦਾ ਆਸਰਾ ਲੈਂਦਾ। ਆਰਥਿਕ ਪੱਖ ਤੋਂ ਕੰਮ ਕਰਨਾ ਚੱਲੇ, ਉਹ ਸੋਚਦਾ ਕਿਤੇ ਧਾਰਮਿਕ ਬੰਦੇ ਬਣ ਜਾਓ, ਰੋਟੀ ਪਾਣੀ ਤੇ ਚੱਲੀ ਜਾਏਗਾ। ਬਹੁਤ ਸਾਰੇ ਉਹ ਲੋਕ ਜਿਹੜੇ ਦੁਨਿਆਵੀ ਤੌਰ ਤੇ ਫੇਲ ਹੋ ਚੁੱਕੇ ਨੇ, ਉਹ ਧਰਮ ਦੀ ਦੁਨੀਆ 'ਚ ਹੀਰੋ ਬਣੇ ਬੈਠੇ ਨੇ। ਬੜੇ ਤਗੜੇ ਉਹਨਾਂ ਨੇ ਕਾਰੋਬਾਰ ਚਲਾਏ ਹੋਏ ਨੇ,
ਦੁਨਿਆਵੀ ਤੌਰ ਤੇ ਫੇਲ ਨੇ। ਇਸ ਕਰਕੇ ਇਹ ਲੋਕਾਂ ਨੇ ਸੋਚਿਆ ਕਿ ਇਹ ਧਰਮ ਸਿਰਫ ਪੈਸੇ ਕਮਾਉਣ ਲਈ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਧਰਮ ਦਾ ਅਰਥ ਹੈ ਆਪਣੇ ਆਪ ਨੂੰ ਕੁਰਬਾਨ ਕਰਨਾ। ਧਰਮ ਦਾ ਅਰਥ ਹੈ ਮਨੁੱਖਤਾ ਦੀ ਖਾਤਰ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਲ ਨਾ ਕੀਜੈ। ਇਸ ਕਰਕੇ ਉਹਨਾਂ ਲੋਕਾਂ ਨੇ ਕਿਹਾ ਆਓ ਤੇਰੀ ਤੇ ਪੂਜਾ ਹੀ ਕੋਈ ਨਹੀਂ, ਪੂਜਾ ਹੋਰ ਹੀ ਕੋਈ ਕਰਾਈ ਜਾ ਰਿਹਾ ਹੈ, ਤੁਸੀਂ ਤਾਂ ਜਿਉਂਦੇ ਮਰ ਗਏ ਇੱਥੇ ਬੈਠੇ ਹੋਏ। ਕਿਸੀ ਥਾਨ ਕੋ ਖਤਰੀ ਆਇਓ, ਮਹਾ ਅਰੂਜ ਤਾਏ ਨਹਿ ਪਾਇਓ। ਦੇਖੋ ਹੋਰ ਹੀ ਥਾਂ ਤੋਂ ਖੱਤਰੀ ਇੱਕ ਆਇਆ, ਉਹ ਤੁਹਾਡੇ ਬਾਪੂ ਦੀ ਗੱਦੀ ਤੇ ਬੈਠ ਕੇ ਜਸ ਪ੍ਰਾਪਤ ਕਰ ਗਿਆ। ਦੇਸ਼ਨ ਕੇ ਨਰੇਸ਼ ਚਲ ਆਵੇ, ਅਰਪੋ ਪਾਇਨ ਸੀਸ ਝੁਕਾਵੇ। ਦੇਖੋ ਮੁਲਕ ਦੇ ਰਾਜੇ ਚੱਲ ਕੇ ਆਉਂਦੇ ਨੇ, ਰਾਜੇ ਉਹਨਾਂ ਦੇ ਅੱਗੇ ਭੇਟਾ ਰੱਖਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਹਨ। ਨਿਤ ਪ੍ਰਤ ਭੀਰ ਸੁਗੋਇੰਦਵਾਲ, ਆਏ ਸੰਗਤਾਂ ਮਿਲੇ ਵਿਸਾਲ। ਗੋਇੰਦਵਾਲ ਸਾਹਿਬ ਦੇ ਵਿੱਚ ਕਿੰਨੀ ਭੀੜ ਲੱਗੀ ਰਹਿੰਦੀ ਹੈ, ਕਿੰਨੀ ਸੰਗਤ ਚੱਲ ਕੇ ਆਉਂਦੀ ਰੋਜ਼। ਪੂਜੇ ਪਾਇਨ ਸੁਜਸ ਬਖਾਨੇ, ਨੈ ਉੱਤਮ ਵਸਤੂ ਕਹਿਆਨੇ। ਉਹ ਗੁਰੂ ਅਮਰਦਾਸ ਜੀ ਦੀ ਪੂਜਾ ਕਰਦੇ ਨੇ, ਨਾਲੇ ਉਹਨਾਂ ਦੀ ਕੀਰਤੀ ਵੱਧਦੀ ਹੈ, ਬੜੀਆਂ ਬੜੀਆਂ ਉੱਤਮ ਵਸਤੂਆਂ। ਮੇਨ ਨਜ਼ਰ ਤਾਂ ਇਹਨਾਂ ਲੋਕਾਂ ਦੀ ਹੈ ਉਹ ਜਿਹੜੀ ਗੁਰੂ ਘਰ ਚ ਲੋਕੀ ਭੇਟਾਵਾਂ ਲੈ ਕੇ ਆਉਂਦੇ ਨੇ, ਲੇਕਿਨ ਗੁਰੂ ਕੇ ਸੁਭਾਅ ਦਾ ਨਹੀਂ ਪਤਾ ਕਿ ਗੁਰੂ ਅਮਰਦਾਸ ਜੀ ਕੋਲ ਰੱਖਦੇ ਕੁਝ ਨਹੀਂ, ਆਪਣੇ ਕੋਲ ਸਿਰਫ ਸਰੀਰ ਤੇ ਪਾਉਣ ਵਾਲਾ ਕੱਪੜਾ ਸਤਿਗੁਰੂ ਜੀ ਰੱਖਦੇ ਨੇ, ਤੇ ਦਿਨ ਵੇਲੇ ਸਤਿਗੁਰੂ ਜੀ ਅਲੂਣਾ ਓਗਰਾ ਦਲੀਆ ਕਹਿ ਲੋ ਸਤਿਗੁਰੂ ਜੀ ਸਿਰਫ ਖਾਂਦੇ ਨੇ, ਉਹ ਵੀ ਥੋੜਾ ਜਿਹਾ। ਬਾਕੀ ਗੁਰੂ ਕੇ ਲੰਗਰ ਚ ਕੋਈ ਚੀਜ਼ ਇਕੱਠੀ ਨਹੀਂ ਹੋਣ ਦਿੰਦੇ। ਜਿਹੜੀ ਵਾਧੂ ਆਉਂਦੀ ਸੰਗਤ ਨੂੰ ਮੋੜ ਦਿੰਦੇ ਨੇ, ਵਰਤਾ ਦਿੰਦੇ ਨੇ। ਜਿਹੜਾ ਰਾਸ਼ਨ ਵੀ ਰਾਤ ਨੂੰ ਵੱਧ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਐਨ ਭਾਂਡੇ ਖਾਲੀ ਕਰਕੇ ਬਰਤਨ ਮਾਂਜ ਕੇ, ਇੱਥੋਂ ਤੱਕ ਕਿ ਪਾਣੀ ਵਾਲੇ ਬਰਤਨ ਵੀ ਮੂਧੇ ਕਰਕੇ ਰਾਤ ਨੂੰ ਸਤਿਗੁਰੂ ਜੀ ਸੌਂਦੇ ਨੇ। ਕਿਸੇ ਚੀਜ਼ ਦੀ ਲੋੜ ਨਹੀਂ ਹੈ, ਤਾਲੇ ਲਾਉਣ ਦੀ ਲੋੜ ਹੀ ਕੋਈ ਨਹੀਂ। ਆਪਾਂ ਦੇਖਦੇ ਹਾਂ ਗੁਰਦੁਆਰਿਆਂ 'ਚ ਤਾਲੇ ਲਾ ਲਾ ਕੇ ਰਾਸ਼ਨ ਅੰਦਰ ਛੱਡ ਜਾਂਦਾ ਹੈ, ਬਿਸਤਰੇ ਸੜ ਜਾਂਦੇ ਨੇ, ਲੋੜਵੰਦਾਂ ਨੂੰ ਨਹੀਂ ਦੇਣੇ, ਉੱਥੇ ਗਲ ਜਾਣਗੇ। ਬਹੁਤ ਗੁਰਦੁਆਰਿਆਂ 'ਚ ਹਾਲ ਹੈ। ਲੇਕਿਨ ਗੁਰੂ ਘਰ ਦੀ ਇਹ ਵਡਿਆਈ ਨਹੀਂ ਹੈ। ਗੁਰੂ ਘਰ ਦੇ ਵਿੱਚ ਤਾਂ ਜੋ ਆਉਂਦਾ ਗੁਰੂ ਕੀਆਂ ਸੰਗਤਾਂ ਦਾ, ਗੁਰੂ ਕੀਆਂ ਸੰਗਤਾਂ 'ਚ ਹੀ ਵਰਤਾ ਦਿੱਤਾ ਜਾਂਦਾ ਹੈ। ਔਰ ਕਈ ਥਾਂ ਤੇ ਇਹ ਵੀ ਦੇਖਿਆ, ਔਰ ਅਸੀਂ ਕਈ ਵਾਰ ਸੋਚਦੇ ਹਾਂ ਕਿ ਗੁਰਦੁਆਰੇ ਦੇ ਨਾਲ ਬਹੁਤ ਵੱਡੀ ਕੋਈ ਜਾਇਦਾਦ ਹੋਏਗੀ ਨਾ ਤੇ ਫਿਰ ਸ਼ਾਇਦ ਗੁਰਦੁਆਰਾ ਬਹੁਤ ਚੱਲੇਗਾ। ਤੇ ਬਹੁਤ ਸਾਰੀਆਂ ਮੈਨੇਜਮੈਂਟਾਂ 'ਚ ਦੇਖਿਆ ਜਿਹੜੇ ਆਉਂਦੇ ਨੇ ਵੀਰ ਪ੍ਰਬੰਧ ਦੇ ਵਿੱਚ ਸੋਚਦੇ ਨੇ ਵੱਧ ਤੋਂ ਵੱਧ ਐਫਡੀਆਂ ਇਕੱਠੀਆਂ ਕਰ ਦਿਓ, ਵੱਧ ਤੋਂ ਵੱਧ ਮਾਇਆ ਇਕੱਠੀ ਕਰ ਦਿਓ। ਉਹ ਕਰ ਤਾਂ ਜਾਂਦੇ ਨੇ, ਬਾਅਦ ਵਿੱਚ ਫਿਰ ਡਾਂਗਾਂ ਹੀ ਖੜਕਦੀਆਂ ਰਹਿੰਦੀਆਂ ਨੇ। ਮੈਂ ਇਹੋ ਜਿਹੇ ਥਾਂ ਦੇਖੇ ਜਿੱਥੇ ਕਰੋੜਾਂ ਰੁਪਏ ਗੁਰਦੁਆਰਿਆਂ ਦੇ ਖਾਤਿਆਂ 'ਚ ਪਏ ਹੋਏ ਨੇ, ਔਰ ਉਹਨਾਂ ਨੂੰ ਏਡੇ ਏਡੇ ਵੱਡੇ ਕਿਰਾਏ ਹੁੰਦੇ ਨੇ, ਬਿਲਡਿੰਗਾਂ ਬਣੀਆਂ, ਮਾਰਕੀਟਾਂ ਬਣੀਆਂ, ਪਰ ਉਹਨਾਂ ਗੁਰਦੁਆਰੇ 'ਚ ਮੈਂ ਕਦੀ ਲੰਗਰ ਨਹੀਂ ਚੱਲਦਾ ਦੇਖਿਆ। ਰੋਟੀਆਂ ਮੰਗੀ ਬਾਹਰੋਂ ਲਿਆਉਂਦੇ ਨੇ, ਕਹਿੰਦੇ ਜੀ ਇੱਥੇ ਤੇ ਗੋਲਕ ਹੀ ਥੋੜੀ ਜੀ। ਉਸ ਆਮਦਨ ਨੂੰ ਆਮਦਨ ਨਹੀਂ ਸਮਝਦੇ ਜਿਹੜੀ ਉਹ ਕਿਰਾਇਆਂ ਦੀ ਆਉਂਦੀ, ਉਹ ਕਹਿੰਦੇ ਉਹ ਤੇ ਸਾਡੀ ਵੱਖਰੀ ਹੈ। ਇਹਦਾ ਮਤਲਬ ਇਹ ਹੈ ਕਿ ਆਪਾਂ ਸੋਚਿਆ ਕਿ ਗੁਰਦੁਆਰੇ ਸਿਰਫ ਪੈਸੇ ਇਕੱਠੇ ਕਰਨ ਲਈ ਨਹੀਂ, ਗੁਰਦੁਆਰੇ ਮਨੁੱਖਤਾ ਦੇ ਉਧਾਰ ਲਈ ਨੇ, ਇਹ ਮਨੁੱਖਤਾ ਦੇ ਭਲੇ ਲਈ ਨੇ, ਇਹ ਸਮਾਜ ਦੀ ਸੇਵਾ ਦੇ ਲਈ। ਜਦੋਂ ਵੀ ਸਮਾਜ ਵਿੱਚ ਕਿਤੇ ਦੁੱਖ ਆਏ, ਔਖਾ ਸਮਾਂ ਆਏ, ਉਦੋਂ ਇਹ ਗੁਰੂ ਨਾਨਕ ਦੇ ਅਸਥਾਨ ਨੇ ਜਿਨ੍ਹਾਂ ਨੇ ਮਨੁੱਖਤਾ ਦੇ ਦੁੱਖਾਂ ਵਿੱਚ ਭਾਈਵਾਲ ਬਣਨਾ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣਾ ਹੈ। ਲੇਕਿਨ ਇਹਨਾਂ ਲੋਕਾਂ ਦੀ ਨਜ਼ਰ ਜਿਹੜੀ ਹੈ, ਇਹ ਸਿੱਖ ਉੱਥੇ ਬੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਨੇ, ਬੜੀਆਂ ਭੇਟਾਵਾਂ ਹੁੰਦੀਆਂ ਹਨ। ਮਾਰੇ ਬਚਨ ਥਾਨੇ ਔਰ ਗਾਡੇ, ਸੁਨਦਾ ਤੂੰ ਧੀਰਜ ਨਿਜ ਛਾਡੇ। ਇਹ ਲੋਕੀ ਜਿਹੜੀਆਂ ਗੱਲਾਂ ਕਰਦੇ ਨੇ, ਇਹ ਦਾਤੂ ਦਾਸੂ ਦੇ ਹਿਰਦੇ 'ਚ ਇਦਾਂ ਲੱਗਦੀਆਂ ਜਿਵੇਂ ਤੀਰ ਲੱਗਦੇ ਹੁੰਦੇ ਨੇ, ਤੀਰ ਅੰਦਰੋਂ ਇਹਨਾਂ ਨੂੰ ਜ਼ਖਮੀ ਕਰੀ ਜਾਂਦੀਆਂ ਨੇ। ਇਹ ਗੱਲਾਂ ਹਨ ਮਹਿਮਾ ਜਦ ਅਪ ਜਾਣੇ ਤਿਨ ਕੀ, ਤਦਬ ਕੋ ਸੰਗ ਹਤੀ ਬ੍ਰਿਤ ਮਨ ਕੀ। ਜਿੰਨੀ ਸਤਿਗੁਰੂ ਜੀ ਦੀ ਮਹਿਮਾ ਸੁਣਦੇ ਉਹਨੇ ਇਹ ਦੁਖੀ ਹੋਈ ਜਾਂਦੇ ਹਨ। ਦੀਪਤ ਮਤਸਰ ਅਗਨ ਅਗਾਰੀ, ਦੁਸ਼ਟ ਗਿਰਾ ਮੇਲੀ ਕ੍ਰਿਤਾਰੀ। ਜਿਵੇਂ ਅੱਗ ਬਲਦੀ ਹੁੰਦੀ ਹੈ, ਹੁਣ ਅੱਗ ਦੇ ਉੱਪਰ ਹੋਰ ਕੋਈ ਘਿਓ ਪਾਈ ਜਾਏ, ਆਪਾਂ ਕਹਿੰਦੇ ਬਲਦੀ ਤੇ ਤੇਲ ਪਾ ਦਿੱਤਾ। ਇਹਨਾਂ ਦੇ ਅੰਦਰ ਤੇ ਪਹਿਲਾਂ ਹੀ ਈਰਖਾ ਸੀ। ਇਹ ਜਿਹੜੇ ਗੱਲਾਂ ਕਰਨ ਵਾਲੇ ਲੋਕ ਨੇ, ਸਮਝੋ ਕਿ ਬਲਦੀ ਦੇ ਉੱਪਰ ਤੇਲ ਪਾ ਰਹੇ ਹਨ। ਹੁਣ ਵਿਆਕੁਲ ਭਇਓ ਸਿਓ ਨੈ ਜਾਈ, ਅਤ ਰਿਸ਼ਤੇ ਚਿਤ ਆਸਿ ਉਪਜਾਈ। ਆਖਰ ਗੱਲਾਂ ਜਿਹੜੀਆਂ ਨੇ ਚੁੱਕ ਕਹਿੰਦੇ ਪੱਥਰ ਵੀ ਪਾੜ ਦਿੰਦੀ ਹੈ। ਲੋਕਾਂ ਨੇ ਇਹੋ ਜਿਹਾ ਰੋਜ਼ ਗੱਲਾਂ ਕਰਨੀਆਂ, ਇਹ ਵਿਆਕੁਲ ਹੋ ਗਏ, ਦੁਖੀ ਹੋ ਗਏ, ਸਹਿਣ ਨਾ ਕੀਤੀਆਂ ਜਾਂਦੀਆਂ ਗੱਲਾਂ ਇਹਨਾਂ ਕੋਲੋਂ। ਅਮਰ ਗੁਰੂ ਕੋ ਜਾਏ ਸੰਘਾਰੋ, ਗੁਰਤਾ ਗਾਦੀ ਬਹੁਰ ਸੰਭਾਰੋ। ਅੰਦਰ ਖਿਆਲ ਆ ਗਿਆ, ਜੇ ਤੇ ਹੁੰਦੇ ਨਾ ਇਹ ਗੁਰੂ ਦੇ ਮਾਰਗ ਤੇ ਚੱਲਦੇ, ਗੁਰਬਾਣੀ ਪੜ੍ਹਦੇ, ਸਤ ਸੰਗਤ ਕਰਦੇ। ਦੇਖੋ ਖੰਡੂਰ ਸਾਹਿਬ ਜੀ ਵਿੱਚ ਗੁਰੂ ਕੇ ਸ਼ਬਦ ਦਾ ਲੰਗਰ ਵਰਤਦਾ ਰਿਹਾ।
ਭਾਈ ਸੱਤਾ ਤੇ ਬਲਵੰਡ ਜੀ ਨੇ ਆਪਣੀ ਰਚਨਾ 'ਚ ਲਿਖਿਆ ਹੈ, ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੇ ਖੱਟੀ ਹੈ। ਗੁਰੂ ਕੇ ਸ਼ਬਦ ਦਾ ਲੰਗਰ ਚੱਲਦਾ ਸੀ। ਹੋ ਸਕਦਾ ਕਿ ਦੂਜੇ ਲੰਗਰ 'ਚ ਤੇ ਇਹਨਾਂ ਬੜੇ ਪਦਾਰਥ ਛਕੇ ਹੋਣ, ਪਰ ਗੁਰੂ ਕੀ ਸੰਗਤ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਦਾ ਲੰਗਰ ਨਹੀਂ ਛਕਿਆ। ਜੇ ਛਕਿਆ ਹੁੰਦਾ ਫਿਰ ਈਰਖਾ ਨਾ ਮਨ 'ਚ ਹੁੰਦੀ। ਹੁਣ ਇਹਨਾਂ ਦੇ ਅੰਦਰ ਈਰਖਾ ਇੱਥੋਂ ਤੱਕ ਬਲ ਪਈ, ਵੱਧ ਗਈ। ਕਹਿੰਦੇ ਕਿ ਗੁਰੂ ਅਮਰਦਾਸ ਜੀ ਨੂੰ ਜਾ ਕੇ ਮਾਰ ਹੀ ਦਈਏ ਆਪਾਂ, ਉਹਨਾਂ ਨੂੰ ਖਤਮ ਕਰ ਦੀ, ਤਾਂ ਸਾਡੀ ਪੁੱਛ-ਗਿੱਛ ਹੋਣੀ ਹੈ। ਬਿਦ ਕੀ ਵਸਤ ਪੂਤ ਹਮ ਮਾਲਿਕ, ਅਬਰ ਕਿਸੂ ਕੇ ਕਿਮ ਹੋਏ ਤਾਲਿਕ। ਗੁਰਤਾ ਗੱਦੀ ਉਹਨਾਂ ਨੂੰ ਮਾਰ ਕੇ ਸੰਭਾਲ ਲਈਏ, ਸਾਡੇ ਪਿਤਾ ਦੀ ਵਸਤੂ ਹੈ, ਅਸੀਂ ਉਹਦੇ ਮਾਲਕ ਹਾਂ, ਹੋਰ ਬੰਦਾ ਕੌਣ ਮਾਲਕ ਬਣ ਸਕਦਾ ਹੈ। ਇਹ ਵਿਚਾਰ ਕਰਕੇ ਬ੍ਰਸਥਾਨਾ ਪਹੁੰਚਿਓ ਸ੍ਰੀ ਗੁਰ ਅਮਰ ਸਥਾਨਾ। ਐਵੇਂ ਬਾਬਾ ਦਾਤੂ ਜੀ ਮਨ ਦੇ ਵਿੱਚੋਂ ਭਰੇ ਹੋਏ ਗੁੱਸੇ ਦੇ ਨਾਲ, ਈਰਖਾ ਦੇ ਨਾਲ ਤੁਰ ਪਏ ਗੋਇੰਦਵਾਲ ਸਾਹਿਬ ਜੀ ਨੂੰ। ਗੋਇੰਦਵਾਲ ਸਾਹਿਬ ਜਿੱਥੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਿਰਾਜਮਾਨ ਨੇ ਦੀਵਾਨ ਸਜਿਆ, ਉੱਥੇ ਜਾ ਪਹੁੰਚੇ। ਲਗਿਓ ਦੀਵਾਨ ਬਿਰਾਜੇ ਬੀਚ, ਦਰਸੈ ਮਿਲੇ ਉੱਚ ਅਰ ਨੀਚ। ਦੀਵਾਨ ਲੱਗਿਆ ਹੋਇਆ ਹੈ। ਹੁਣ ਦੇਖੋ ਗੁਰੂ ਕਾ ਦੀਵਾਨ ਸਜਿਆ ਹੈ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਗੁਰੂ ਪੁੱਤਰ ਹੋਏ ਤੇ ਉਹ ਗੁਰੂ ਕੇ ਦੀਵਾਨ 'ਚ ਹੀ ਨਾ ਬੈਠੇ ਆ ਕੇ, ਗੁਰੂ ਕਾ ਸਿੱਖ ਆ ਕੇ ਗੁਰੂ ਕੇ ਦੀਵਾਨ 'ਚ ਨਾ ਬੈਠੇ। ਇੱਥੋਂ ਪਹਿਚਾਨ ਹੋ ਸਕਦੀ ਹੈ। ਕਈ ਵਾਰ ਨਾ ਅਸੀਂ ਬਹੁਤ ਵੱਡਾ ਭੁਲੇਖਾ ਖਾ ਜਾਂਦੇ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਕਿੰਨੀ ਸੰਗਤ ਜਾਗਰੂਕ ਹੋਏਗੀ ਉਸ ਵੇਲੇ ਦੀ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਬਾਅਦ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠੇ ਤੇ ਸੰਗਤ ਗੁਰੂ ਅਮਰਦਾਸ ਜੀ ਦੇ ਕੋਲ ਹੀ ਝੁਕਦੀ ਹੈ। ਗੁਰੂ ਕੇ ਪੁੱਤਰ ਸਤਿਕਾਰਯੋਗ ਨੇ, ਪਰ ਗੁਰੂ ਜਿਹੜਾ ਹੈ ਉਹ ਗੁਰੂ ਹੀ ਹੈ ਨਾ। ਔਰ ਗੁਰੂ ਕੀਆਂ ਸੰਗਤਾਂ ਨੇ ਗੁਰੂ ਵਾਲਾ ਰੁਤਬਾ ਕੇਵਲ ਤਾਂ ਕੇਵਲ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੂੰ ਦਿੱਤਾ। ਇਵੇਂ ਬਾਅਦ ਵਿੱਚ ਵੀ ਘਟਨਾਵਾਂ ਵਾਪਰੀਆਂ, ਲੇਕਿਨ ਹੁਣ ਆਪਾਂ ਕੀ ਦੇਖਦੇ ਆ, ਗੁਰੂ ਕੀ ਬੰਸ ਵਿੱਚੋਂ ਹੋਣ ਦੇ ਨਾਤੇ ਕਈ ਵਾਰੀ ਤੇ ਇਹੋ ਜਿਹੇ ਲੋਕ ਮਿਲਦੇ ਨੇ ਜੀ, ਅਸੀਂ ਬੇਦੀਆਂ ਚੋਂ, ਨਾ ਸਿਰ ਤੇ ਵਾਲ ਹੁੰਦੇ ਨੇ ਨਾ ਮੂੰਹ ਤੇ ਦਾੜੀ, ਅਸੀਂ ਬੇਦੀਆਂ ਵਿੱਚੋਂ ਹੁੰਦੇ ਆ ਜੀ, ਸਾਨੂੰ ਲੋਕੀ ਪੂਜਦੇ ਨੇ। ਪੂਜਣ ਵਾਲਿਆਂ ਦੀ ਅਕਲ ਥਵੇਰੇਨੀ ਕੀ ਆ ਨਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੂਜਾ ਕਰਨੀ ਕਿਹਦੀ ਹੈ। ਬੇਦੀ ਬਹੁਤ ਨੇ ਦੁਨੀਆ 'ਚ, ਠੀਕ ਹੈ, ਲੇਕਿਨ ਗੁਰੂ ਨਾਨਕ ਦੀ ਅੰਸ਼ ਭਾਈ ਲਹਿਣਾ ਜੀ ਸਨ। ਗੁਰੂ ਨਾਨਕ ਦੀ ਬੰਸਾਵਲੀ ਜਿਹੜੀ ਹੈ ਉਹ ਭਾਈ ਲਹਿਣਾ ਜੀ, ਗੁਰੂ ਅਮਰਦਾਸ ਜੀ, ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਦੇਖੋ ਨਾ, ਉਹਨਾਂ ਨੇ ਜਿਵੇਂ ਬਿਆਨ ਕੀਤਾ ਹੈ। ਇਸ ਤਰੀਕੇ ਦੇ ਨਾਲ ਇਹ ਹੁਣ ਹੈ ਗੁਰੂ ਕੇ ਪੁੱਤਰ, ਗੁਰੂ ਬਣਨਾ ਚਾਹੁੰਦੇ ਨੇ। ਇਧਰ ਦੀਵਾਨ ਲੱਗੇ ਹੈ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਗੁਰੂ ਕੀ ਸੰਗਤ ਜੁੜੀ ਹੈ। ਜਿਸ ਗੁਰੂ ਕੀ ਸੰਗਤ ਦੇ ਪ੍ਰਥਾਏ ਸਤਿਗੁਰੂ ਜੀ ਨੇ ਕਿਹਾ ਸੀ, ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਮਾਏ, ਪੁਨ ਸਤ ਸੰਗਤ ਠੌਰ ਨਿਜ ਦਿਨ ਵਾਸਾ ਮੈਂ, ਮੇਰਾ ਵਾਸਾ ਸਤ ਸੰਗਤ ਵਿੱਚ ਹੈ। ਜਿਸ ਸੰਗਤ ਵਿੱਚ ਗੁਰੂ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜਿਸ ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ, ਜਿਸ ਸੰਗਤ ਦੀ ਵਡਿਆਈ ਗੁਰਬਾਣੀ ਥਾਂ ਥਾਂ ਤੇ ਕੀਤੀ ਹੈ, ਉਸ ਸੰਗਤ ਵਿੱਚ ਆ ਕੇ ਬੰਦਾ ਬੈਠੇ ਹੀ ਨਾ, ਆਉਂਦਿਆਂ ਬੇਅਦਬੀ ਭਰੇ ਬਚਨ ਬੋਲੇ, ਕਬੋਲ ਬੋਲੇ, ਖੋਟੀਆਂ ਗੱਲਾਂ, ਬੁਰੀਆਂ ਗੱਲਾਂ ਕਰੇ, ਮੰਦੀਆਂ ਗੱਲਾਂ ਕਰੇ। ਉਹ ਹੁਣ ਠੀਕ ਹੈ ਗੁਰੂ ਕੇ ਪੁੱਤਰ ਨੇ, ਪਰ ਕਿੰਨੇ ਕੁ ਸਤਿਕਾਰ ਦੇ ਪਾਤਰ ਹੋ ਸਕਦੇ ਨੇ ਜਿਨ੍ਹਾਂ ਨੂੰ ਗੁਰੂ ਦਰਬਾਰ ਦੀ ਸ਼ਾਨ ਦਾ, ਵਡਿਆਈ ਦਾ, ਮਰਜ਼ਾਦਾ ਦਾ ਹੀ ਨਹੀਂ ਪਤਾ। ਇਹਨਾਂ ਚ ਖੰਡੂਰ ਸਾਹਿਬ ਚ ਰਹਿ ਕੇ ਉਹ ਕਿੰਨਾ ਕੁ ਸਤਿਕਾਰ ਲੈ ਸਕਦੇ ਗੁਰੂ ਕੀ ਸੰਗਤ ਪਾਸੋਂ। ਕੋ ਟੇਕਤ ਹੈ ਮਾਥ ਅਗਾਰੀ, ਕੋ ਬਿਨਤੀ ਕਰ ਜੋਰ ਉਚਾਰੀ। ਭਾਈ ਸਾਹਿਬ ਕਹਿੰਦੇ ਦੀਵਾਨ ਸਜਿਆ ਹੈ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਤਖਤ ਤੇ, ਸਿੰਘਾਸਨ ਤੇ, ਸੰਗਤ ਗੁਰੂ ਕੀ ਜੁੜੀ ਹੋਈ ਹੈ। ਕੋਈ ਆ ਕੇ ਸਤਿਗੁਰ ਜੀ ਨੂੰ ਨਮਸਕਾਰ ਕਰ ਰਿਹਾ ਹੈ, ਕੋਈ ਦੀਵਾਨ 'ਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਿਹਾ ਹੈ। ਉਹ ਬੈਠੇ ਸਿਮਰੈ ਸਤਨਾਮੂ, ਗਾਏ ਰਬਾਬੀ ਧੁਨ ਅਬਿਰਾਮੂ। ਕੋਈ ਸਤਿਗੁਰ ਜੀ ਦੇ ਹਜ਼ੂਰ ਅਰਦਾਸਾਂ ਕਰ ਰਿਹਾ ਹੈ, ਜੋਦਰੀਆਂ ਕਰ ਰਿਹਾ ਹੈ, ਕੋਈ ਬੈਠ ਕੇ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਹੈ, ਰਬਾਬੀ ਕੀਰਤਨ ਕਰ ਰਹੇ ਹਨ। ਕੋ ਇੱਕ ਚਿਤ ਹੈ ਸ਼ਬਦ ਸੁਨਤ ਹੈ, ਕੋ ਮਨ ਵਿਖੇ ਵਿਚਾਰ ਗਨੇ ਹੈ। ਕੋਈ ਇੱਕ ਚਿਤ ਇਕਾਗਰ ਹੋ ਕੇ ਗੁਰਬਾਣੀ ਦੇ ਸ਼ਬਦ ਵਿੱਚ ਜੁੜਿਆ ਬੈਠਾ ਹੈ, ਸ਼ਬਦ ਨੂੰ ਵਿਚਾਰ ਰਿਹਾ ਹੈ, ਸੁਣ ਰਿਹਾ ਹੈ। ਕਿੰਨਾ ਸੁਭਾਗਾ ਸਮਾਂ ਹੋਏਗਾ, ਸਤਿਗੁਰ ਸੱਚੇ ਪਾਤਸ਼ਾਹ ਜੀ ਤਖਤ ਤੇ ਬਿਰਾਜਮਾਨ ਨੇ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਸੰਗਤ ਜੁੜੀ ਹੈ, ਸੁਣ ਰਹੀ ਹੈ ਔਰ ਪਿਆਰ ਦੇ ਵਿੱਚ ਲਿਵਲੀਨ ਹੈ। ਇੱਕ ਪ੍ਰਤਾਪ ਨੇ ਹਿਰਦੈ ਸਹਾਰਾ, ਭਇਓ ਕ੍ਰੋਧ ਤੇ ਸ਼ੋਭਤ ਭਾਰਾ। ਇੰਨੀ ਸੰਗਤ ਜੁੜੀ ਹੈ, ਇੰਨਾ ਐਨ ਇਕਾਂਤ ਜਾਂ ਇਵੇਂ ਕਹਿ ਲੋ ਇਕਾਗਰਤਾ ਬਣੀ ਹੋਈ ਹੈ, ਸ਼ਾਂਤੀ ਪਸਰੀ ਹੋਈ ਹੈ, ਸ਼ਰਧਾਲੂ ਇੰਨੇ ਪਿਆਰ 'ਚ ਭਿੱਜੇ ਹੋਏ ਨੇ। ਪਰ ਸਤਿਗੁਰੂ ਜੀ ਦਾ ਇਹ ਜਸ, ਇਹ ਪ੍ਰਤਾਪ ਦੇਖ ਕੇ ਬਾਬਾ ਦਾਤੂ ਜੀ ਸਹਿਣ ਨਾ ਕਰ ਸਕੇ, ਅੰਦਰੋਂ ਨਾ ਸੜ ਬੜ ਕੇ ਕੋਲੇ ਹੋ ਗਏ। ਹੁਣ
ਗੁਰੂ ਕੀ ਸੰਗਤ ਕੋ ਇਹੋ ਜਿਹਾ ਬੰਦਾ ਕਿੰਨਾ ਕੁ ਮਾਣ ਲੈ ਸਕਦਾ ਜਿਹਨੂੰ ਗੁਰੂ ਦਰਬਾਰ ਦੀ ਮਰਜ਼ਾਦਾ ਦੀ ਨਹੀਂ ਪਤਾ। ਪਹਿਲੀ ਗੱਲ ਕਿ ਸੰਗਤ ਵਿੱਚ ਕੀਰਤਨ ਚੱਲ ਰਿਹਾ ਹੋਏ ਉੱਥੇ ਆ ਕੇ ਕੋਈ ਖਲਲ ਪਾਏ, ਉਹ ਗੁਰੂ ਦੇ ਦਰ ਤੇ ਪ੍ਰਵਾਨ ਹੀ ਨਹੀਂ, ਉਹ ਗੁਰੂ ਦੀਆਂ ਨਜ਼ਰਾਂ 'ਚ ਕਦੀ ਸਤਿਕਾਰ ਨਹੀਂ ਲੈ ਸਕਦਾ। ਇਹ ਇਸ ਵਡਿਆਈ ਨੂੰ, ਇਸ ਮਾਹੌਲ ਨੂੰ ਸਹਿਣ ਨਾ ਕਰ ਸਕੇ। ਅਬਰ ਕਛੂ ਤੈ ਹੋਏ ਨ ਸਕਈ, ਪਹੁੰਚ ਨਿਕਟ ਗੁਰ ਤਨ ਕੋ ਤਕਈ। ਗੁੱਸੇ 'ਚ ਆ ਗਏ, ਹੋਰ ਕੁਝ ਨਾ ਕਰ ਸਕੇ, ਚਲਦੇ ਚਲਦੇ ਬੋਲਦੇ ਬਲਦੇ ਨੇੜੇ ਪਹੁੰਚ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਦੇਖਿਆ ਹੈ। ਰਿਸ ਕਰ ਉਰ ਮੈਂ ਲਾਤ ਪ੍ਰਹਾਰੀ, ਜਿਮ ਲక్ష్ਮੀ ਪਤ ਕੇ ਮੇ ਪਿਗ ਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇੜੇ ਜਾ ਕੇ ਨਾ ਬੜੇ ਜ਼ੋਰ ਦੀ ਲੱਤ ਮਾਰੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ। ਸਿੰਘਾਸਨ ਤੇ ਅਰ ਗਿਰ ਕੇ ਗਿਰ ਕਰ ਪਰੇ, ਬ੍ਰਿਧ ਸਰੀਰ ਕੰਬ ਕੋ ਕਰੇ। ਗੁਰੂ ਸਾਹਿਬ ਜੀ ਆਪਣੇ ਧਿਆਨ ਜੁੜੇ ਬੈਠੇ ਸਨ, ਗੁਰਬਾਣੀ ਚ ਮਸਤ ਸਨ। ਹੁਣ ਕਈ ਵਾਰੀ ਆਪਣੇ ਧਿਆਨ ਬੈਠੇ ਹੋ ਤੇ ਪਤਾ ਨਹੀਂ ਹੁੰਦਾ, ਜਦੋਂ ਲੱਤ ਵੱਜੀ ਇੱਕ ਸਰੀਰ ਵੀ ਬਿਰਧ ਸੀ ਉਹਨਾਂ ਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਿੰਘਾਸਨ ਤੋਂ ਹੇਠਾਂ ਡਿੱਗ ਪਏ। ਗੌਰ ਸੰਭਾਰ ਉਠੇ ਤਤਕਾਲਾ, ਗੈ ਦਾਤੂ ਕੇ ਚਰਨ ਕਿਰਪਾਲਾ। ਫਿਰ ਸਤਿਗੁਰ ਜੀ ਨੇ ਇੱਕਦਮ ਆਪਣੇ ਆਪ ਨੂੰ ਸੰਭਾਲਿਆ, ਦੇਖਿਆ ਦਾਤੂ ਜੀ ਖੜੇ ਨੇ, ਆਪਣੇ ਆਪ ਨੂੰ ਸੰਭਾਲ ਕੇ ਜਲਦੀ ਨਾਲ ਬਾਬਾ ਦਾਤੂ ਜੀ ਦੇ ਚਰਨ ਫੜ ਲਏ। ਇਹ ਹੈ ਗੁਰਤਾ ਗੱਦੀ ਦੀ ਵਡਿਆਈ। ਲੋਕ ਕਹਿੰਦੇ ਗੁਰੂ ਦੀ ਕੀ ਵਡਿਆਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕਰਦੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਦੇ ਦਰ ਤੋਂ ਜਿਹੜੀਆਂ ਬਖਸ਼ਾਂ ਲੈ ਕੇ ਆਏ, ਉਸੇ ਗਰੀਬੀ, ਉਸੇ ਨਾਮ ਦੀਆਂ ਨਿਧਾਂ। ਗਰੀਬੀ ਦਾ ਅਰਥ ਬਾਹਰਲੀ ਦਲਿੱਦਰ ਨਹੀਂ, ਬਾਹਰ ਦੀ ਕੰਗਾਲਤਾ ਨਹੀਂ। ਗਰੀਬੀ ਦਾ ਅਰਥ ਮਨ ਦੀ ਨਿਰਮਾਣਤਾ, ਮਨ ਕਰਕੇ ਨਿਰਮਾਣ ਹੋ ਜਾਣਾ। ਔਰ ਇਹ ਦਾਤ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਵੀ ਦਿੱਤੀ ਹੈ। ਗਰੀਬੀ ਗੁਰਮੁਖ ਹਿਰਦੇ ਗਰੀਬੀ ਆਵੇ। ਇਹ ਦਾਤ ਭਾਈ ਲਹਿਣਾ ਜੀ ਦੇ ਕੋਲ ਆ ਗਈ। ਭਾਈ ਲਹਿਣਾ ਜੀ ਸਤਿਗੁਰੂ ਜੀ ਦੇ ਦਰ ਤੇ ਸੇਵਾ ਕਰਕੇ ਬੜੇ ਗਿਆਨਵਾਨ ਬਣ ਗਏ, ਬੜੇ ਵਿਦਵਾਨ ਬਣ ਗਏ। ਉਹਨਾਂ ਦੀ ਵਿਦਵਤਾ ਦੇਖਣੀ ਅਸੀਂ ਅਕਸਰ ਕਹਿੰਦੇ ਕਿ ਗੁਰਮੁਖੀ ਲਿਪੀ ਜਿਹੜੀ ਹੈ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੁੰਦੀ ਹੈ। ਦੇਖੋ ਕੋਈ ਵੀ ਬੋਲੀ ਜਿਹੜੀ ਇੱਕ ਦਿਨ 'ਚ ਸ਼ੁਰੂ ਨਹੀਂ ਹੁੰਦੀ, ਪੰਜਾਬੀ ਬੋਲੀ ਤਾਂ ਪਹਿਲਾਂ ਦੀ ਹੈ, ਲੇਕਿਨ ਜੋ ਇਹਦਾ ਸੁਧਾਰ, ਜੋ ਇਹਦੇ ਤੇ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਕੀਤੀ। ਗੁਰੂ ਸਾਹਿਬ ਜੀ ਬੜੇ ਵੱਡੇ ਭਾਸ਼ਾ ਵਿਗਿਆਨੀ ਸਨ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਨੇ ਗੁਰਬਾਣੀ ਦੇ ਗਿਆਨ ਨੂੰ ਸਮਝਿਆ, ਪ੍ਰਚਾਰਿਆ। ਔਰ ਉਹਨਾਂ ਕੋਲ ਇੱਕ ਵੇਰਾ ਇੱਕ ਸਿੱਧਾਂ ਦਾ ਜਥਾ ਆ ਗਿਆ ਚੱਲ ਕੇ। ਸਤਿਗੁਰੂ ਜੀ ਦੇ ਕੋਲ ਆ ਕੇ ਦੇਖਿਆ, ਪਹਿਲਾਂ ਤੇ ਸੋਚਣ ਲੱਗੇ ਦੇਖਦੇ ਗੁਰੂ ਨਾਨਕ ਦੀ ਗੱਦੀ ਤੇ ਬੈਠਾ ਕਿਹੋ ਜਿਹਾ, ਉਹਨਾਂ ਵਰਗਾ ਹੀ ਜਾਂ ਘੱਟ ਵੱਧ ਹੈ। ਕਿਉਂਕਿ ਸਿੱਧਾਂ ਨੇ ਬੜਾ ਯਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉੱਪਰ ਜਿੱਤ ਪ੍ਰਾਪਤ ਕਰਨ ਲਈ, ਪਰ ਪੇਸ਼ ਨਾ ਗਈ। ਹਰ ਥਾਂ ਤੇ ਉਹਨਾਂ ਨੂੰ ਕਹਿਣਾ ਪਿਆ ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧ ਦੇਖਣ ਲਈ ਆਏ ਕਿ ਚਲੋ ਹੁਣ ਦੇਖਦੇ ਕੌਣ ਹੈ। ਜਦ ਖੰਡੂਰ ਸਾਹਿਬ ਜੀ ਚ ਰੌਣਕਾਂ ਦੇਖੀਆਂ, ਸੰਗਤਾਂ ਦੇਖੀਆਂ, ਲੰਗਰ ਚੱਲਦੇ ਦੇਖੇ, ਦੀਵਾਨ ਲੱਗਦੇ ਦੇਖੇ, ਮਾਹੌਲ ਦੇਖਿਆ, ਕਹਿਣ ਲੱਗੇ ਜਿੱਦਾਂ ਦੇ ਗੁਰੂ ਨਾਨਕ ਸਾਹਿਬ ਜੀ ਸਨ ਤੁਸੀਂ ਵੀ ਉਹਨਾਂ ਦਾ ਰੂਪ ਹੀ ਹੋ। ਸਾਡਾ ਜੀ ਕਰਦਾ ਕੋਈ ਸੇਵਾ ਕਰੀਏ। ਸਤਿਗੁਰੂ ਜੀ ਕਹਿਣ ਲੱਗੇ ਜੋ ਕਰਦਾ ਕਰੋ। ਕਹਿੰਦੇ ਜੇ ਅਸੀਂ ਕੋਈ ਰਿੱਧੀ ਸਿੱਧੀ ਦੇਣਾ ਚਾਹੁੰਦੇ ਹਾਂ। ਸਤਿਗੁਰੂ ਜੀ ਕਹਿੰਦੇ ਸਾਨੂੰ ਲੋੜ ਨਹੀਂ ਕਿਸੇ ਚੀਜ਼ ਦੀ। ਕਹਿੰਦੇ ਲੈ ਲਓ, ਤੁਹਾਡੇ ਲੰਗਰ ਚੱਲਦੇ ਨੇ, ਕੋਈ ਘਾਟ ਨਹੀਂ ਆਏਗੀ। ਸਤਿਗੁਰੂ ਜੀ ਕਹਿਣ ਲੱਗੇ ਲੰਗਰ ਗੁਰੂ ਨਾਨਕ ਸਾਹਿਬ ਜੀ ਦੇ ਨੇ, ਗੁਰੂ ਕੀ ਸੰਗਤ ਚਲਾਉਂਦੀ ਹੈ ਇਹਨੂੰ, ਇੱਥੇ ਕੋਈ ਰਿੱਧੀਆਂ ਸਿੱਧੀਆਂ ਦੀ ਸਾਨੂੰ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਸਿੱਧ ਕਹਿਣ ਲੱਗੇ ਜ਼ਰੂਰ ਕੁਝ ਦੇਣਾ ਹੀ ਹੈ, ਕੁਝ ਨਾ ਕੁਝ ਦੇ ਕੇ ਜਾਵਾਂਗੇ। ਤੇ ਸਤਿਗੁਰੂ ਜੀ ਨੇ ਕਿਹਾ ਜੇ ਜ਼ਰੂਰ ਦੇਣਾ ਥੋੜੀ ਜਿਹੀ ਗਰੀਬੀ ਦੇ ਜਾਓ, ਸਾਨੂੰ ਗਰੀਬੀ ਚਾਹੀਦੀ। ਗਰੀਬੀ ਦਾ ਅਰਥ ਮਨ ਦੀ ਨਿਮਰਤਾ। ਧਰਮ ਦੀ ਦੁਨੀਆ 'ਚ ਵੀ ਆਪਾਂ ਦੇਖਦੇ ਹੰਕਾਰ ਭਰਿਆ ਪਿਆ, ਰਿੱਧੀਆਂ ਸਿੱਧੀਆਂ ਦਾ ਹੰਕਾਰ। ਰਿੱਧ ਸਿੱਧ ਅਵਰਾ ਸਾਧ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਹੁਣ ਇੱਕ ਬੰਨੇ ਗਰੀਬੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਇੱਕਦਮ ਉੱਠੇ ਨੇ, ਬਾਬਾ ਦਾਤੂ ਜੀ ਦੇ ਪੈਰ ਫੜ ਲਏ ਨੇ। ਹੁਣ ਗੁਰਤਾ ਗੱਦੀ ਦੀ ਵਡਿਆਈ ਕੀ ਹੈ। ਇੱਕ ਬੰਨੇ ਉਹ ਵਿਅਕਤੀ ਜਿਹੜਾ ਕਹਿੰਦਾ ਮੈਂ ਗੁਰੂ ਬਣਨਾ, ਉਹ ਲੱਤਾਂ ਮਾਰ ਰਿਹਾ ਹੈ। ਇਹ ਉਹੀ ਬਾਬਾ ਦਾਤੂ ਜੀ ਨੇ ਜਿਸ ਵੇਲੇ ਭਾਈ ਗੋਂਦਾ ਜੀ ਆਏ ਨਾ ਖੰਡੂਰ ਸਾਹਿਬ ਜੀ ਵਿੱਚ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਕੋਲ ਕਿ ਮਹਾਰਾਜ ਮੈਂ ਨਗਰ ਵਸਾਉਣਾ ਚਾਹੁੰਦਾ, ਵਸਦਾ ਨਹੀਂ ਹੈ, ਉਹ ਢਹਿ ਜਾਂਦਾ ਹੈ, ਤੁਸੀਂ ਕਿਰਪਾ ਕਰਕੇ ਮਦਦ ਕਰੋ। ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ ਬਾਬਾ ਦਾਤੂ ਜੀ ਨੂੰ, ਦਾਤੂ ਜੀ ਜਾਓ ਤੁਸੀਂ ਇਹਦੇ ਨਾਲ, ਇਹਦੀ ਕੋਈ ਮਦਦ ਕਰੋ। ਤੇ ਦਾਤੂ ਜੀ ਕਹਿਣ ਲੱਗੇ ਸਾਨੂੰ ਕੀ ਲੋੜ ਹੈ ਉੱਥੇ ਜਾਣ ਦੀ ਜਿੱਥੇ ਭੂਤ ਪ੍ਰੇਤ ਵਸਦੇ, ਅਸੀਂ ਕਿਉਂ ਜਾਈਏ। ਹਜ਼ੂਰ ਸਾਹਿਬ ਕਿੰਨੀ ਰੌਣਕ ਲੱਗੀ, ਅਸੀਂ ਇਹਨੂੰ ਛੱਡ ਕੇ ਨਹੀਂ ਜਾ ਸਕਦੇ। ਜਦੋਂ ਗੁਰੂ ਅੰਗਦ ਸਾਹਿਬ ਜੀ ਭੇਜਦੇ ਨੇ ਉਦੋਂ ਬਾਬਾ ਦਾਤੂ ਜੀ ਜਾਂਦੇ ਨਹੀਂ, ਕਹਿੰਦੇ ਨਹੀਂ ਜਾਣਾ।
ਹੁਣ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਜੀ ਵਿੱਚ ਬੈਠ ਗਏ ਤੇ ਬਾਬਾ ਦਾਤੂ ਜੀ ਆਪ ਭੱਜੇ ਆਏ ਨੇ ਉੱਥੋਂ ਸਤਿਗੁਰੂ ਜੀ ਨੂੰ ਬਾਹਰ ਕੱਢਣ ਦੇ ਲਈ ਲੱਤ ਮਾਰ ਦਿੱਤੀ ਆ ਕਿ ਇਹ ਸਥਾਨ ਛੱਡ ਹੈ। ਜਦੋਂ ਸਤਿਗੁਰੂ ਜੀ ਨੇ ਕਿਹਾ ਸੀ ਜਾਓ ਉਦੋਂ ਆਏ ਨਹੀਂ। ਸੋ ਸਤਿਗੁਰੂ ਜੀ ਨੇ ਇੱਕਦਮ ਉੱਠੇ ਸੰਭਾਲਿਆ ਆਪਣੇ ਆਪ ਨੂੰ, ਬਾਬਾ ਦਾਤੂ ਜੀ ਦੇ ਚਰਨ ਫੜ ਲਏ ਹਨ। ਕਰ ਕਮਲਨ ਸੋ ਮਰਦਨ ਕਰੇ ਬਿਨਤੀ ਸਹਿ ਸੁਭਾ ਕੁਚਰੇ। ਆਪਣੇ ਹੱਥਾਂ ਦੇ ਨਾਲ ਬਾਬਾ ਦਾਤੂ ਜੀ ਦੇ ਚਰਨ ਘੁੱਟਣੇ ਸ਼ੁਰੂ ਕਰ ਦਿੱਤੇ ਤੇ ਇਸ ਤਰ੍ਹਾਂ ਬੜੀ ਨਿਮਰਤਾ ਨਾਲ ਕਿਹਾ ਹੈ। ਇੱਕ ਤੋ ਸੇਵਾ ਕਰਤ ਰਿਓ ਹੈ, ਦੁਤੀਏ ਬੈਤੇ ਬ੍ਰਿਧ ਭਇਓ ਹੈ। ਕਹਿੰਦੇ ਬਾਬਾ ਜੀ ਤੁਸੀਂ ਗੁਰੂ ਕੇ ਪੁੱਤਰ ਹੋ। ਦੇਖੋ ਮੈਂ ਸੇਵਾ ਕਰਦਿਆਂ ਇੱਕ ਤਾਂ ਸਰੀਰ ਮੇਰਾ ਕਠੋਰ ਹੋ ਗਿਆ, ਕੰਮ ਕਰਨ ਵਾਲੇ ਦੇ ਹੱਡ ਪੈਰ ਕਰੜੇ ਹੀ ਹੁੰਦੇ ਨੇ, ਆਪਾਂ ਦੇਖਦੇ ਚੰਮ ਜਿਹੜਾ ਸਖਤ ਹੁੰਦਾ ਹੈ। ਦੂਜੀ ਗੱਲ ਸਰੀਰ ਵੀ ਬਿਰਧ ਹੋ ਗਿਆ, ਹੱਡ ਨਿਕਲ ਆਏ ਹਨ। ਜਾਤੇ ਅਧਿਕ ਸਰੀਰ ਕਠੋਰਾ, ਤੁਮਰੋ ਚਰਨ ਮ੍ਰਿਦੁਲ ਨੈ ਥੋਰਾ। ਇਸ ਕਰਕੇ ਮੇਰਾ ਸਰੀਰ ਬੜਾ ਕਠੋਰ ਹੈ ਤੇ ਤੁਹਾਡੇ ਚਰਨ ਬੜੇ ਕੋਮਲ ਨੇ ਬਾਬਾ ਜੀ। ਹੋਇਓ ਹੋਏਗੋ ਕਸ਼ਟ ਮਹਾਨਾ, ਸ਼ਿਮੋ ਭਇਓ ਅਪਰਾਧ ਅਜਾਨਾ। ਤੁਹਾਨੂੰ ਬੜਾ ਦੁੱਖ ਹੋਇਆ ਹੋਵੇਗਾ ਜਦੋਂ ਤੁਸੀਂ ਪੈਰ ਮਾਰਿਆ, ਤੁਹਾਡੇ ਪੈਰ ਨੂੰ ਚੋਟ ਲੱਗੀ ਹੋਏਗੀ, ਦੁੱਖ ਹੋਇਆ ਹੋਵੇਗਾ। ਮੈਨੂੰ ਖਿਮਾ ਕਰਨਾ, ਮੈਂ ਤੁਹਾਡੀ ਸੇਵਾ ਕਰ ਦਿੰਦਾ ਹਾਂ, ਪੈਰ ਪੁੱਟ ਦਿੰਦਾ ਹਾਂ। ਸ਼੍ਰੀ ਗੁਰ ਕੇ ਸੁਤ ਹੋ ਬੜ ਭਾਗੇ, ਮਾਮਹਿਤ ਕਰੇ ਤਨੋ ਦੁਖ ਲਾਗੇ। ਤੁਸੀਂ ਗੁਰੂ ਕੇ ਪੁੱਤਰ ਹੋ, ਵੱਡੇ ਭਾਗਾਂ ਵਾਲੇ ਹੋ। ਦੇਖੋ ਇੱਕ ਬੰਨੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਦ੍ਰਿਸ਼ਟੀਕੋਣ, ਤੁਸੀਂ ਗੁਰੂ ਕੇ ਪੁੱਤਰ ਹੋ, ਤੁਸੀਂ ਸਤਿਕਾਰਯੋਗ, ਇਹ ਉਹਨਾਂ ਦੀ ਵਡਿਆਈ ਹੈ ਗੁਰੂ ਅਮਰਦਾਸ ਜੀ ਦੀ। ਪਰ ਦੂਜੇ ਬੰਨੇ ਗੁਰੂ ਕੇ ਪੁੱਤਰ ਦਾ ਵਿਹਾਰ ਕੀ ਹੈ? ਉਸ ਹਸਤੀ ਦੇ ਪ੍ਰਤੀ ਜਿਹਨੂੰ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ 'ਚ ਥਾਪ ਦਿੱਤਾ ਹੈ, ਵਡਿਆਈ ਦੇ ਦਿੱਤੀ ਹੈ। ਔਰ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਉਚੇਚੇ ਤੌਰ ਤੇ ਇਹਨਾਂ ਨੂੰ ਕਿ ਮੱਥਾ ਟੇਕੋ, ਅੱਜ ਤੋਂ ਗੁਰੂ ਇਹ ਨੇ, ਇਹ ਗੁਰਤਾ ਗੱਦੀ ਤੇ ਬੈਠੇ। ਮੱਥਾ ਟੇਕਿਆ ਵੀ ਸੀ, ਉਹ ਹੁਕਮ ਮੰਨਿਆ ਵੀ ਸੀ, ਲੇਕਿਨ ਬਦੋ ਇਵੇਂ ਕਹਿ ਲੋ ਕਿ ਬਦੋ ਦੇ ਮੰਨੇ। ਹੁਣ ਉਹ ਅੰਦਰ ਜਿਹੜੀ ਅੱਗ ਸੀ ਉਹ ਨਿਕਲ ਆਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ ਤੁਸੀਂ ਗੁਰੂ ਕੇ ਪੁੱਤਰ ਹੋ, ਵੱਡੇ ਭਾਗਾਂ ਵਾਲੇ ਹੋ। ਗੁਰੂ ਕੇ ਪੁੱਤਰ ਹੋਣਾ ਕੋ ਮੂਲ ਹੀ ਘੱਟ ਹੈ, ਪਰ ਗੁਰੂ ਕੇ ਪੁੱਤਰ ਹੋਣਾ ਜਿਹੜਾ ਹੈ ਇਹ ਅਲੱਗ ਗੱਲ ਹੈ, ਪਰ ਗੁਰੂ ਕੇ ਪੁੱਤਰ ਬਣ ਜਾਣਾ ਬੜੀ ਔਖੀ ਗੱਲ ਹੈ। ਗੁਰੂ ਕੇ ਪੁੱਤਰ ਬਣ ਜਾਣਾ ਬੜੀ ਔਖੀ ਗੱਲ ਹੈ। ਇਵੇਂ ਕਹਿ ਲਓ ਗੁਰੂ ਕੇ ਪੁੱਤਰ ਹੋਣਾ ਹੋਰ ਗੱਲ ਹੈ, ਗੁਰੂ ਕੇ ਸਿੱਖ ਬਣਨਾ ਬੜੀ ਔਖੀ ਗੱਲ ਹੈ। ਪੁੱਤਰ ਹੈਗੇ ਨੇ, ਹੋ ਜਾਂਦੇ ਨੇ, ਪਰ ਸਿੱਖ ਬਣਨਾ ਬੜਾ ਔਖਾ ਹੈ। ਬਾਬਾ ਦਾਤੂ ਜੀ ਗੁਰੂ ਕੇ ਸਿੱਖ ਨਾ ਬਣ ਸਕੇ, ਉਹ ਗੁਰੂ ਕੀ ਸਿੱਖਿਆ ਨਾ ਲੈ ਸਕੇ। ਇੱਕ ਦੁਨਿਆਵੀ ਤੌਰ ਤੇ ਵੀ ਆਪਾਂ ਦੇਖੀਏ ਨਾ, ਦੁਨਿਆਵੀ ਤੌਰ ਤੇ ਜੋ ਲਾਇਕ ਪੁੱਤਰ ਹੁੰਦੇ ਨੇ, ਜਿਹੜੀ ਚੰਗੀ ਸੰਤਾਨ ਹੁੰਦੀ ਹੈ, ਉਹ ਆਪਣੇ ਬਜ਼ੁਰਗਾਂ ਦੇ ਬਚਨਾਂ ਨੂੰ ਮੰਨਦੀ ਹੈ, ਉਹਨਾਂ ਦੀ ਕਦਰ ਕਰਦੀ ਹੈ। ਜਿਹੜੀ ਚੰਗੀ ਸੰਤਾਨ ਹੁੰਦੀ ਜਿਹਨੂੰ ਆਪਾਂ ਸੁਪੁੱਤਰ ਕਹਿੰਦੇ ਆ, ਸੁਪੁੱਤਰ ਵੀ ਬਣ ਜਾਂਦੇ ਨਾ, ਵਧੀਆ ਗੱਲ ਸੀ। ਲੇਕਿਨ ਕਿੰਨੀ ਵਡਿਆਈ ਦਿੱਤੀ ਸਤਿਗੁਰੂ ਜੀ ਨੇ, ਤੁਸੀਂ ਗੁਰੂ ਕੇ ਪੁੱਤਰ ਹੋ, ਵੱਡੇ ਭਾਗਾਂ ਵਾਲੇ ਹੋ। ਮੇਰੇ ਪਾਸੋਂ ਗਲਤੀ ਹੋ ਗਈ, ਤੁਹਾਡੇ ਪੈਰਾਂ ਨੂੰ ਸੱਟ ਲੱਗੀ ਹੋਏਗੀ, ਇਹਨਾਂ ਕਸ਼ਟ ਮੇਰੇ ਬਦਲੇ ਤੁਹਾਨੂੰ ਕਰਨਾ ਪਿਆ। ਤੁਮਕੋ ਦੇਖਣਾ ਅਗਰ ਖਰੋਵਾ ਹੋ ਤੋ ਮਾਨ ਮਮ ਸੋ ਤੁਮ ਹੋਆ। ਮੇਰਾ ਫਰਜ਼ ਸੀ ਕਿ ਜਦੋਂ ਤੁਸੀਂ ਆਏ ਮੈਂ ਅੱਗੋਂ ਖੜਾ ਹੁੰਦਾ, ਤੁਹਾਡਾ ਸਤਿਕਾਰ ਕਰਦਾ। ਮੈਂ ਤੁਹਾਡਾ ਸਤਿਕਾਰ ਨਹੀਂ ਕਰ ਸਕਿਆ, ਇਸ ਕਰਕੇ ਤੁਹਾਨੂੰ ਇਹ ਖੇਚਲ ਕਰਨੀ ਪਈ। ਤਾੜ ਨੇ ਉਚਿਤ ਜਾਨ ਕਰ ਮਾਰਿਓ, ਭਲੋ ਕਰਿਓ ਨਿਜ ਦਾਸ ਨਿਹਾਰਿਓ। ਤੁਸੀਂ ਵਧੀਆ ਕੀਤਾ, ਮੈਂ ਇਸੇ ਲਾਇਕ ਸਾਂ ਕਿਉਂਕਿ ਮੈਂ ਤੁਹਾਡਾ ਸਤਿਕਾਰ ਨਹੀਂ ਕੀਤਾ ਤੇ ਤਾੜਨ ਉਚਿਤ ਅਰਥ ਕਿ ਮੈਨੂੰ ਤਾੜਨ ਯੋਗ ਸਮਝ ਕੇ ਤੁਸੀਂ ਇਹ ਲੱਤ ਮਾਰੀ ਹੈ, ਤੁਸੀਂ ਭਲਾ ਕੀਤਾ ਹੈ। ਸੇਵਾ ਆਪਣੀ ਮੋਹਿ ਬਤਾਵੋ, ਕਰੋ ਸੋ ਦਛਿਨ ਰੋਸ ਹਟਾਵੋ। ਇਸ ਕਰਕੇ ਬਾਬਾ ਜੀ ਮੈਨੂੰ ਆਪਣਾ ਸੇਵਕ ਜਾਣੋ, ਸੇਵਾ ਦੱਸੋ ਕੀ ਕਰਨੀ ਹੈ। ਮਨ ਚੋਂ ਰੋਸ ਦੂਰ ਕਰ ਦਿਓ, ਗੁੱਸਾ ਦੂਰ ਕਰ ਦਿਓ। ਸੁਨ ਦਾਤੂ ਕਰ ਕ੍ਰੋਧ ਉਚਾਰਿਓ, ਇਹ ਕੈਸੇ ਬੈਢਿੰਬ ਬਸਾਰਿਓ। ਦੇਖੋ ਇੱਕ ਬੰਨੇ ਨਿਮਰਤਾ, ਕਿੰਨੀ ਨਿਮਰਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ। ਦੇਖੋ ਗੁਰੂ ਸਾਹਿਬ ਜੀ ਜੇ ਚਾਹੁੰਦੇ ਸਿੱਖਾਂ ਨੂੰ ਕਹਿੰਦੇ ਕਿ ਇਹਨੂੰ ਬਾਹਰ ਕੱਢ ਦਿਓ ਉੱਥੋਂ। ਗੁਰੂ ਸਾਹਿਬ ਜੀ ਦੇ ਕੋਲ ਬੇਅੰਤ ਸਿੱਖ ਸੰਗਤਾਂ ਬੈਠੀਆਂ ਸਨ, ਬੜੇ ਬੜੇ ਤਗੜੇ ਸਿੱਖ ਬੈਠੇ ਸਨ ਉਸ ਵੇਲੇ, ਲੇਕਿਨ ਨਿਮਰਤਾ ਹੈ ਸਤਿਗੁਰੂ ਜੀ ਦੀ। ਕਹਿਣ ਲੱਗੇ ਮੈਨੂੰ ਆਪਣਾ ਸੇਵਕ ਜਾਣੋ, ਗੁੱਸੇ ਨੂੰ ਦੂਰ ਕਰੋ, ਮੈਨੂੰ ਸੇਵਾ ਦੱਸੋ, ਮੈਂ ਤੁਹਾਡੀ ਸੇਵਾ ਕੀ ਕਰਾਂ। ਸੁਨ ਦਾਤੂ ਕਰ ਕ੍ਰੋਧ ਉਚਾਰਿਓ, ਇਹ ਕੈਸੇ ਤੈ ਡਿੰਬ ਬਸਾਰਿਓ। ਦਾਤੂ ਹੋਰ ਗੁੱਸੇ 'ਚ ਆ ਗਿਆ, ਇਹ ਨਹੀਂ ਕਿ ਉਹ ਨਿਰਮਾਣ ਹੁੰਦਾ, ਹੋਰ ਗੁੱਸੇ 'ਚ ਆ ਕੇ ਕੀ ਪਖੰਡ ਰਚਿਆ ਇੱਥੇ ਬੈਠ ਕੇ ਤੁਸੀਂ, ਕਿਸ ਤਰ੍ਹਾਂ ਬੈਠੇ ਹੋਏ ਇੱਥੇ। ਗੁਰਤਾ ਗਾਦੀ ਹੈ ਹਮ ਪਾਹੀ, ਤੈ ਬਾਂਦੀ ਸਿਰ ਪਾਕ ਸੁਨਾਹੀ। ਗੁਰਤਾ ਗੱਦੀ ਸਾਡੇ ਕੋਲ ਹੈ, ਤੁਸੀਂ ਉਦਾਂ ਹੀ ਪੱਗ ਬੰਨ ਕੇ ਗੁਰੂ ਨਹੀਂ ਬਣ ਸਕਦੇ, ਇੱਥੇ ਆ ਕੇ ਬੈਠ ਗਏ ਹੋ। ਸਭ ਨੇ ਮੁਝ ਕੋ ਪਾਗ ਬੰਧਾਈ, ਤੈ ਕੈਸੇ ਕਰਿਆ ਪੁਜਾਈ। ਸਾਰਿਆਂ ਦੀ ਪੱਗ ਮੈਨੂੰ ਬੰਦੀ। ਦੇਖੋ ਜੋ ਬਰਾਦਰੀ ਦੀ ਪੱਗ ਹੁੰਦੀ ਹੈ,
ਪਿਤਾ ਚੜ੍ਹਾਈ ਕਰ ਜੇ ਪੁੱਤਰ ਨੂੰ ਮਿਲਦੀ ਹੈ, ਸਮਾਜ ਵੱਲੋਂ ਜਿਹੜੀ ਵਡਿਆਈ ਹੁੰਦੀ ਉਹ ਤੇ ਮਿਲਣੀ ਸੀ। ਬਾਬਾ ਦਾਤੂ ਜੀ ਗੁਰੂ ਕੇ ਪੁੱਤਰ ਸਨ। ਇੱਕ ਨੂੰ ਜੋ ਗੁਰਤਾ ਗੱਦੀ ਦੀ ਵਡਿਆਈ ਸੀ ਉਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲੀ। ਇਹ ਕਹਿ ਰਿਹਾ ਕਿ ਗੁਰਤਾ ਦੀ ਪੱਗ ਮੈਨੂੰ ਬਣਾਈ ਹੈ ਸਾਰਿਆਂ ਨੇ ਰਲ ਕੇ, ਤੁਸੀਂ ਕੌਣ ਇੱਥੇ ਬੈਠੇ ਹੋ? ਗੁਰੂ ਪਇਓ ਤੂੰ ਆਪੇ ਆਪ, ਹਮੇ ਦੇਖ ਲੈ ਲਾਗਤ ਸੰਤਾਪ। ਤੁਸੀਂ ਆਪੇ ਗੁਰੂ ਬਣ ਬੈਠੇ ਹੋ। ਇਹ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਬੜਾ ਦੁਖੀ ਹੁੰਦਾ ਤੁਹਾਨੂੰ ਇਸ ਤਰ੍ਹਾਂ ਦੇਖ ਕੇ। ਇਹ ਪਖੰਡ ਨੇ ਮੋਹ ਸੁਹਾਵੇ, ਇੱਕ ਸੰਗਤ ਆਵੇ ਇੱਕ ਜਾਵੇ। ਆ ਪਖੰਡ ਮੈਨੂੰ ਨਹੀਂ ਚੰਗਾ ਲੱਗਦਾ। ਕਿੰਨੀ ਦੁਨੀਆ ਤੁਹਾਡੇ ਕੋਲ ਆ ਰਹੀ ਹੈ ਜਾ ਰਹੀ, ਨਾਲੇ ਪਖੰਡ ਦੱਸਦਾ ਹੈ, ਨਾਲੇ ਕਹਿੰਦਾ ਤੁਹਾਡੇ ਕੋਲ ਦੁਨੀਆ ਆ ਰਹੀ ਹੈ ਜਾ ਰਹੀ ਹੈ। ਵੀ ਜੇ ਤੂੰ ਸੱਚਾ ਤੇ ਦੁਨੀਆ ਤੇ ਤੇਰੇ ਕੋਲ ਆਉਣੀ ਚਾਹੀਦੀ ਸੀ, ਪਖੰਡ ਕੋਲ ਥੋੜੀ ਹੋਣੀ ਚਾਹੀਦੀ ਸੀ। ਜੇ ਤੂੰ ਗੁਰੂ ਸੀ ਤੇ ਦੁਨੀਆ ਤੇ ਤੇਰੇ ਕੋਲ ਜੁੜਨੀ ਚਾਹੀਦੀ ਸੀ। ਲੇਕਿਨ ਕਹਿਣ ਗਏ ਪਖੰਡ ਮੈਨੂੰ ਨਹੀਂ ਚੰਗਾ ਲੱਗਦਾ। ਕਿੰਨੀ ਦੁਨੀਆ ਆ ਰਹੀ ਕੋਈ ਜਾ ਰਹੀ, ਇੱਥੇ ਤੁਸੀਂ ਲੋਕ ਇਕੱਠੇ ਕੀਤੇ ਹਨ। ਅਤ ਸੂਦੇ ਥੇ ਪਿਤਾ ਹਮਾਰੇ, ਕਰੀ ਸੇਵ ਤਿਨ ਕੀ ਛਲ ਧਾਰੇ। ਸਾਡੇ ਪਿਤਾ ਜੀ ਬੜੇ ਸਿੱਧੇ ਸਾਧੇ ਸਨ, ਤੁਸੀਂ ਉਹਨਾਂ ਦੀ ਸੇਵਾ ਕਰਕੇ ਉਹਨਾਂ ਤੋਂ ਇਹ ਗੁਰਤਾ ਗੱਦੀ ਲੈ ਲਈ। ਝੂਠ ਸਾਚ ਤਿਨ ਕੇ ਤਿਨ ਤੇ ਕਹਿਵਾਏ, ਬੈਠੇ ਬਨ ਬੈਠਿਓ ਗੁਰ ਗਰਭ ਵਡਾਏ। ਤੁਸੀਂ ਉਹਨਾਂ ਕੋਲੋਂ ਝੂਠ ਸੱਚ ਖਵਾ ਕੇ ਤੇ ਆਪ ਹੀ ਗੁਰੂ ਬਣ ਬੈਠੇ ਤੇ ਹੰਕਾਰ ਵਧਾ ਰਹੇ ਹੋ। ਹੁਣ ਇਸ ਥਲ ਤੇ ਉੱਠ ਕਰ ਚਲ ਜਈਐ, ਬੋਰ ਨ ਬੈਠੋ ਦੰਭ ਕਮਈਐ। ਇੱਥੋਂ ਚੁੱਪ ਕਰਕੇ ਚਲੇ ਜਾਓ, ਮੁੜ ਕੇ ਨਾ ਬੈਠਿਓ, ਮੁੜ ਕੇ ਕੋਈ ਇੱਥੇ ਪਖੰਡ ਨਹੀਂ ਕਰਨਾ ਤੁਸੀਂ। ਪਿਤਾ ਹਮਾਰੇ ਕਹਿ ਤੁਜ ਤਾਈ, ਨਗਰੀ ਗੋਇੰਦਵਾਲ ਬਸਾਈ। ਸਾਡੇ ਪਿਤਾ ਨੇ ਕਿਹਾ ਸੀ ਨਗਰੀ ਗੋਇੰਦਵਾਲ ਵਸਾਉਣ ਲਈ, ਉਹਨਾਂ ਦੇ ਕਹਿਣ ਤੇ ਤੁਸੀਂ ਵਸਾਈ ਹੈ। ਬੈਠਿਓ ਮਾਲਕ ਤਿਸ ਕੋ ਹੋਏ, ਹਮਕੋ ਨ ਜਾਣਿਓ ਕਿਤ ਕੋਏ। ਆਪ ਮਾਲਕ ਬਣ ਗਏ ਇੱਥੋਂ ਦੇ ਤੁਸੀਂ, ਸਾਨੂੰ ਸਮਝਦੇ ਕੁਝ ਨਹੀਂ ਤੁਸੀਂ ਹੁਣ। ਅਬ ਸੇਵਾ ਕੁਛ ਨਹੀਂ ਹਮਾਰੀ, ਉਠ ਗਮਨੋ ਤੂਰਨਤਾ ਧਾਰੀ। ਜਿੰਨੀ ਸੇਵਾ ਕਰਾਉਣੀ ਸੀ ਤੁਹਾਡੇ ਕੋਲ ਅਸੀਂ ਕਰਾ ਲਈ ਹੈ, ਹੋਰ ਕੋਈ ਸੇਵਾ ਨਹੀਂ, ਇੱਥੋਂ ਤੁਸੀਂ ਚਲੇ ਜਾਓ ਹੁਣ। ਸੁਨ ਕਰ ਸਭਾ ਨਾ ਬੋਲ ਸਕੇ ਹੈ, ਕਰਤ ਢੀਠਤਾ ਬਦਨ ਤਕੇ ਹੈ। ਸੰਗਤ ਵਿੱਚ ਸਨਾਟਾ ਛਾ ਗਿਆ ਇੱਕਦਮ। ਹੁਣ ਸਿੱਖ ਬੋਲ ਨਹੀਂ ਸਕਦੇ, ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਅਜੇ ਕੋਈ ਹੋਇਆ। ਦੇਖ ਰਹੇ ਨੇ, ਚੁੱਪ ਕਰ ਗਏ ਨੇ ਸਾਰੇ, ਐਨ ਦੇਖ ਰਹੇ ਹਨ। ਗੁਰ ਕੋ ਡਰ ਤਰ ਬੈਠ ਰਹੇ ਹੈ, ਭਲੇ ਬੁਰੇ ਕਿਸ ਹੂੰ ਨ ਕਹੇ ਹੈ। ਸਾਰੇ ਸਿੱਖ ਜਿਹੜੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਉਡੀਕ ਰਹੇ ਨੇ, ਡਰਦੇ ਬੋਲੇ ਨਹੀਂ, ਕਿਸੇ ਨੇ ਬੁਰਾ ਭਲਾ ਨਹੀਂ ਕਿਹਾ। ਬਿਸਮਤ ਬਿਖ ਗੌਰਵ ਤਾਈ, ਹੌਰੇ ਪੁਰਖਨ ਕੀ ਹੈ ਰਵਾਈ। ਦੁਬਾਰਾ ਪੜੋ। ਬਿਸਮਤ ਬਿਖ ਗੁਰ ਗੌਰਵ ਤਾਈ, ਹੌਰੇ ਪੁਰਖਨ ਕੀ ਹਰਵਾਈ। ਸੰਗਤ ਦੇਖ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨੂੰ, ਤੇ ਦੂਜੇ ਬੰਨੇ ਦਾਤੂ ਦਾ ਹੌਲਾਪਣ ਵੀ ਦੇਖ ਰਹੇ ਨੇ ਕਿ ਉਹ ਕਿੰਨਾ ਨੀਵਾਂ ਚਲੇ ਗਿਆ ਹੈ, ਕਿਹੜੀਆਂ ਹਰਕਤਾਂ ਤੇ ਆ ਗਿਆ ਹੈ। ਤਬ ਲੋ ਪਛਮ ਰਸ ਅਸਤ ਰਵ ਅਸਤਾਇਓ, ਸੰਧਿਆ ਬਈ ਤਮਰ ਗਨ ਛਾਇਓ। ਕਵੀ ਜੀ ਕਹਿੰਦੇ ਇਹ ਰਾਤਰੀ ਦਾ ਵੇਲਾ ਹੋ ਗਿਆ, ਇਹਨੇ ਚਿਰ ਨੂੰ ਸੂਰਜ ਜਿਹੜਾ ਸੀ ਉਹ ਅਸਤ ਹੋ ਗਿਆ, ਡੁੱਬ ਗਿਆ, ਆਸੇ ਪਾਸੇ ਹਨੇਰਾ ਪਸਰ ਗਿਆ। ਸਭ ਉੱਠ ਉੱਠ ਆਪਣੇ ਅਸਥਾਨਾ, ਮਤ ਬਿਸਮਤ ਹੋਏ ਕੀਨ ਪਿਆਨਾ। ਸਤਿਗੁਰੂ ਜੀ ਵੀ ਉੱਥੋਂ ਉੱਠ ਪਏ, ਬਾਕੀ ਸੰਗਤ ਵੀ ਉੱਥੋਂ ਉੱਠ ਕੇ ਆਪੋ ਆਪਣੇ ਥਾਵਾਂ ਨੂੰ ਚਲੀ ਗਈ। ਸ਼੍ਰੀ ਗੁਰੇ ਆਪਣੇ ਸੋਵਨ ਥਾਨ, ਜਾਏ ਬਿਰਾਜੇ ਕਿਰਪਾ ਨਿਧਾਨ। ਕਿਰਪਾ ਦੇ ਖਜ਼ਾਨੇ ਗਰੀਬ ਨਵਾਜ਼ ਸਤਿਗੁਰੂ ਜੀ ਉੱਠ ਕੇ ਆਪਣੇ ਵਿਸਰਾਮ ਵਾਲੇ ਥਾਂ ਤੇ ਚਲੇ ਗਏ। ਦਾਤੂ ਰਹਿਓ ਤਿਸੀ ਥਲ ਮਾਹੇ, ਕੋ ਸੇਵਕ ਜੈ ਸੰਗੀ ਆਹੇ। ਦਾਤੂ ਉੱਥੇ ਹੀ ਰਿਹਾ ਜਿੱਥੇ ਦੀਵਾਨ ਲੱਗਿਆ ਹੋਇਆ ਸੀ, ਨਾਲ ਉਹਦੇ ਜਿਹੜੇ ਖੰਡੂਰ ਸਾਹਿਬ ਤੋਂ ਚੱਲ ਕੇ ਆਏ ਕੁਝ ਲੋਕ ਨੇ, ਉਹ ਨੇ ਜਿਵੇਂ ਇੱਥੇ ਬੈਠੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਕੋਈ ਚਲੀ ਲਾਂਭੇ ਹੋ ਜਾਣਗੇ, ਇੱਥੋਂ ਚਲੇ ਜਾਣਗੇ। ਇਹ ਵਾਰਤਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ, ਜਿਵੇਂ ਉਹਨਾਂ 'ਚ ਨਿਰਮਾਣਤਾ ਹੈ, ਪਿਆਰ ਹੈ, ਭਾਵ ਭਗਤੀ ਹੈ, ਇਹ ਕੱਲ ਨੂੰ ਆਪਾਂ ਸਰਵਣ ਕਰਾਂਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਪਿਆਰ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।